जिन कल राखी मेरी, जिसमें अमृत ज्ञान है। माणिक भगत बैराग, गुरु ग्रंथ साहिब उदद। बंदों कर अनुराग, पूरा प्रभ आराध्या पूरा जाका नाम। नानक पूरा पाया, पूरे के गुण गाओ। पूरे गुर का सुन उपदेश, पार ब्रह्म निकट कर पेख। वाहिगुरु जी का खालसा, वाहिगुरु जी की फतेह। गुरु रूप गुरु खालसा साध संगत जियो। आप जी बहुत ही वड्ड भागे हो। सोहने सतगुरां ने साडे ते अपनी किरपा दा मेघ वरसाया है, पर आपां कलयुगी जीव हाँ। पैर 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 ते आपां गुरमुख प्यारिओ भुल्लणहार भी हाँ। तिलक जंजू राखा प्रभ तांका, किन्नो बड़ो कलू मैं साका। धन गुरु अर्जन देव सच्चे पातशाह महाराज जी दे पोतरे, उस अकाल पुरख वाहिगुरु दे नौवें सपुत्र, आगामी नूर इलाही जोत। भारत की संस्कृति नूं बचाउण वाले साहिब श्री गुरु तेग बहादुर साहब महाराज पिता जी दे पावन पवित्र शहीदी गुर अस्थान इतिहासक गुरुद्वारा श्री सीसगंज साहिब जी विखे आप जी नित दे प्रेमीओ, जिथे असीं सतगुरां दे दर्शन दीदार करके निहाल हो रहे हाँ, उत्थे गुरु की संगत जी असी गुरु के रबाबी सिंघां दी मिठी रसना द्वारा आसा की वार दा रस भिन्ना कीर्तन भी सरवण कीता, अपना जन्म लिखे लाया है। हुण केड़ी घड़ी आई है, केड़ा समा आया, केड़ा वक्त आया, सन्मानयोग सिंह साहब जी की मिठी रसना द्वारा श्री गुरु ग्रंथ साहब महाराज जी की जो अमृत रूपी गुरबाणी की लड़ीवार कथा इस अस्थान ते काफ़ी समय तो प्रारंभ हुई है। उस लड़ी दे विचों और मूल शब्द पाठ आप जी ने सरवण किया है। असी गुरु दे धी ते पुत्र हैं, ये साडा माता पिता है। तो जदों माता पिता बच्चे नूं समझाउंदे आ ना प्यारिओ, ते बच्चे ते धी भी बड़े खुश हुंदे आ भी अज पिता ने आ गल कही, क्योंकि गुरदेव माता गुरदेव पिता जिहड़ियां दास ने अज आप जी दे चरनां दे विच झोली दे विच विचारां भेटां करनियां, इहनूं पकड़ विच जरूर लिआओ। हो सकदा कि मैं अखीर ते जाके जदों अंत दे विच आपां समाप्ति करनी है, शब्द तो 1 मिनट बाहर होवांगा। गुरमुख प्यारिओ, असी किन्ने वड्डे भागां वाले हाँ। गुरु साहब जी की मिठी बाणी का जुगो जुग अटल फैसला है। कोई वीर दूरों आया, कोई नेड़ों आया है, पर थोड़े बड़े चंगे कर्म है, चंगे भाग है, चंगे मुकद्दर है, चंगे लेख है और चंगी किस्मत है। आपां गुरबाणी पढ़ते हैं ना, ध्यान देवो। करमी आपो अपनी के नेड़ा के दूर।
ਅੱਜ ਅਸੀਂ ਸਤਿਗੁਰਾਂ ਦੇ ਨਜ਼ਦੀਕ ਆ, ਕੋਲ ਆ। ਇਹ ਸਾਡੇ ਚੰਗੇ ਭਾਗ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰ ਇਤਿਹਾਸ ਦੀ ਹਰ ਵਿਦਵਾਨ, ਹਰ ਬੁਲਾਰਾ ਭਗਤਾ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਜਿਸ ਦੀ ਖਾਈਏ ਬਾਜਰੀ ਤੇ ਉਸ ਦੀ ਭਰੀਏ ਹਾਜ਼ਰੀ। ਗੁਰਮੁਖੋ, ਅਜੇ ਆਪਾਂ ਫਤਿਹ ਨਹੀਂ ਬੁਲਾਈ, ਮਨ ਵੀ ਆਪਾਂ ਟਿਕਾਉਣਾ ਹੈ। ਸਰੀਰ ਕਰਕੇ ਆਪਾਂ ਸਾਰੇ ਹਾਜ਼ਰ ਹੈ, ਪਰ ਜਿਹੜਾ ਮਨ ਆ ਨਾ, ਇਹ ਗੈਰ ਹਾਜ਼ਰ ਹੋ ਜਾਂਦਾ, ਇਹਨੂੰ ਵੀ ਇੱਥੇ ਜ਼ਰੂਰ ਹਾਜ਼ਰ ਹੋਣਾ ਚਾਹੀਦਾ ਹੈ। ਇਹ ਕਦੋਂ ਹੋਵੇਗਾ? ਜਦੋਂ ਗੁਰੂ ਨੇ ਕਿਰਪਾ ਕੀਤੀ, ਸਾਡੇ ਤੇ ਨਿਹਾਲ ਹੋਇਆ। ਆਖੋ ਸਤਨਾਮ। ਤੇ ਨਿਹਾਲ ਕਦੋਂ ਹੁੰਦਾ? ਜਦੋਂ ਗੁਰੂ ਦੀ ਗੱਲ ਪਕੜ ਦੇ ਵਿੱਚ ਆ ਜਾਵੇ, ਸਮਝ ਵਿੱਚ ਆ ਜਾਵੇ, ਇਸ ਬ੍ਰੇਨ ਦੇ ਵਿੱਚ ਫੀਡ ਹੋ ਜਾਵੇ ਵੀ ਗੁਰੂ ਨੇ ਕਿਹਾ ਕੀ ਹੈ। ਜੋ ਗੁਰ ਕਹੈ ਸੋਈ ਭਲ ਮਾਨੋ। ਜਿਵੇਂ ਜਿਵੇਂ ਗੁਰੂ ਪਿਤਾ ਜੀ ਹੁਕਮ ਕਰਦਾ ਹੈ, ਆਦੇਸ਼ ਦਿੰਦਾ ਹੈ, ਉਹ ਜੀਵ ਮੰਨ ਲੈਂਦਾ ਹੈ। ਸਤਿਗੁਰ ਕਹਿਣ ਲੱਗੇ, ਗੁਰੂ ਦਾ ਹੁਕਮ ਬੰਦੇ ਨੇ ਮੰਨ ਲੈਣਾ। ਕਹਿਣ ਲੱਗੇ, ਜਨਮਾਂ ਜਨਮਾਂਤਰਾਂ ਦੀ ਮੈਲ ਵੀ ਖਤਮ ਹੋ ਜਾਂਦੀ ਹੈ ਅਤੇ ਜਨਮ ਮਰਨ ਦਾ ਜਿਹੜਾ ਚੱਕਰ ਹੈ ਉਹ ਵੀ ਚੁੱਕਿਆ ਜਾਂਦਾ ਹੈ। ਐਡੀ ਸੁਪਰੀਮ ਪਾਵਰ ਦਾ ਮਾਲਕ ਹੈ। ਪਰ ਗੁਰਮੁਖ ਪਿਆਰਿਓ, ਦੇਸ਼ਾਂ ਵਿਦੇਸ਼ਾਂ ਦੀ ਧਰਤੀ 'ਤੇ ਵੀ ਇਲੈਕਟ੍ਰੋਨਿਕ ਮੀਡੀਆ ਦੇ ਮਾਧਿਅਮ ਰਾਹੀਂ PTC ਸਿਮਰਨ ਚੈਨਲ ਹੈ, YouTube ਹੈ, ਫੇਸਬੁੱਕ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਜੁੜ ਕੇ ਬੈਠੀ ਹੋਈ ਹੈ। ਉਹ ਸੰਗਤ ਨੂੰ, ਘਰਾਂ ਦੇ ਵਿੱਚ ਬੈਠੀ ਨੂੰ ਵੀ ਬੇਨਤੀ ਹੈ ਵੀ ਸਰੀਰ ਕਰਕੇ ਆਪਾਂ ਹਾਜ਼ਰ ਨਹੀਂ, ਮਨ ਕਰਕੇ ਹਾਜ਼ਰ ਹੋਵੋ। ਜਿਹੜਾ ਆਪਾਂ ਸਾਰਿਆਂ ਨੇ ਸ਼ਬਦ ਅੱਜ ਸਰਵਣ ਕੀਤਾ ਨਾ, ਇਹਦੇ ਵਿੱਚ ਬੜੀਆਂ ਸਤਿਗੁਰਾਂ ਨੇ ਪਿਆਰ ਦੇ ਨਾਲ ਸਾਨੂੰ ਗੱਲਾਂ ਬਾਤਾਂ ਸਮਝਾਈਆਂ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ। ਮਹਾਰਾਜ ਜੀ ਕਹਿਣ ਲੱਗੇ ਵੀ ਵੇਖ ਪੁੱਤਰ, ਜਿੰਨੀ ਦੇਰ ਤੱਕ ਤੇਰੇ ਕੋਲੇ ਦੁਰਮਤ ਹੈ, ਮਾੜੀ ਮੱਤ ਹੈ, ਭੈੜੇ ਖਿਆਲ ਹੈ, ਇਹਨੂੰ ਬਾਹਰ ਕੱਢ। ਤੇ ਸਤਿਗੁਰੂ ਜੀ ਜਦੋਂ ਇਸ ਨੂੰ ਮੱਤ ਨੂੰ ਬਾਹਰ ਕੱਢ ਦਿੱਤਾ, ਕਹਿੰਦੇ ਫਿਰ ਗੁਰੂ ਦਾ ਮਿਲਾਪ ਹੋ ਜਾਣਾ, ਸਾਧੂ ਦਾ ਮਿਲਾਪ ਹੋ ਜਾਣਾ ਹੈ। ਸੁਣਿਓ ਬੇਨਤੀ, ਗੁਰੂ ਦਾ ਮਿਲਾਪ ਹੋ ਜਾਣਾ ਤੇ ਪਰਮਾਤਮਾ ਦਾ ਮਿਲਾਪ ਹੋ ਜਾਣਾ, ਕਿਉਂਕਿ ਗੁਰੂ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਹੀ ਨਹੀਂ, ਅੰਤਰ ਨਹੀਂ। ਗੁਰ ਪਰਮੇਸ਼ਰ ਏਕੋ ਜਾਣ। ਪਰਮਾਤਮਾ ਵਿੱਚ ਵੀ ਕੋਈ ਫਰਕ ਨਹੀਂ, ਅਕਾਲ ਪੁਰਖ ਵਾਹਿਗੁਰੂ ਵਿੱਚ ਤੇ ਗੁਰੂ ਵਿੱਚ ਵੀ ਕੋਈ ਫਰਕ ਨਹੀਂ। ਗੁਰੂ ਨੂੰ ਮਿਲ ਲੈਣਾ, ਪਰਮਾਤਮਾ ਨੂੰ ਮਿਲ ਲੈਣਾ। ਤੇ ਗੁਰੂ ਇੱਕ ਮਾਂ ਦੀ ਤਰ੍ਹਾਂ ਸਾਡੇ 'ਤੇ ਕਿਰਪਾ ਕਰਦਾ ਹੈ। ਜਦੋਂ ਬੱਚਾ ਮਾਂ ਦੀ ਬੁੱਕਲ ਵਿੱਚ ਜਾਂਦਾ ਨਾ, ਮਾਂ ਬੜਾ ਪਿਆਰ ਕਰਦੀ ਹੈ, ਆਪਣੀ ਗੋਦੀ ਵਿੱਚ ਵੀ ਬਿਠਾਉਂਦੀ ਹੈ, ਬੁੱਕਲ ਵਿੱਚ ਵੀ ਬਿਠਾਉਂਦੀ ਹੈ, ਸੀਨਾ ਵੀ ਚੁੰਮਦੀ ਹੈ, ਗਲਵੱਕੜੀ ਵਿੱਚ ਲੈ ਕੇ ਵੀ ਪਿਆਰ ਕਰਦੀ ਹੈ। ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆਉਣਾ, ਉਦੋਂ ਇਸ ਤਰ੍ਹਾਂ ਆਇਆ ਕਰੋ ਜਿਵੇਂ ਘਰ ਦੇ ਵਿੱਚ ਮਾਂ ਦੀ ਬੁੱਕਲ ਦੇ ਵਿੱਚ ਜਾ ਕੇ ਬੈਠੀਦਾ ਹੈ। ਆਖੋ ਸਤਨਾਮ। ਫਿਰ ਕਿਰਪਾ ਕਰ ਦਿੰਦਾ ਹੈ। ਰਹਿਮਤ ਦੇ ਜਿਹੜੇ ਭੰਡਾਰ ਆ ਉਹ ਭਰਪੂਰ ਕਰ ਦਿੰਦਾ ਹੈ, ਕਿਸੇ ਪ੍ਰਕਾਰ ਦੀ ਤੋਟ ਨਹੀਂ ਆਉਣ ਦਿੰਦਾ। ਇਸੇ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਗਵਾਹੀ ਭਰਨੀ ਪਈ ਮਹਾਰਾਜ ਜੀ ਨੂੰ। ਕਹਿਣ ਲੱਗੇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਤਾਏ। ਇਸ ਘਰ ਦੇ ਵਿੱਚ 9 ਨਿਧੀਆਂ 18 ਸਿੱਧੀਆਂ, ਇੰਨੀ ਸ਼ਕਤੀਸ਼ਾਲੀ ਦਾ ਮਾਲਕ ਹੈ। ਹਾਂ, ਪਰ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ, ਸਾਨੂੰ ਅਕੀਦਤ ਹੋਣਾ ਚਾਹੀਦਾ ਹੈ, ਸਾਨੂੰ ਬਲੀਵ ਰੱਖਣਾ ਚਾਹੀਦਾ ਹੈ, ਵਿਸ਼ਵਾਸ ਹੋਵੇ। ਦੂਸਰਾ ਸਤਿਗੁਰੂ ਜੀ ਕਹਿਣ ਲੱਗੇ, ਜਦੋਂ ਅਰਦਾਸ ਕਰਨੀ ਹੈ ਨਾ, ਪੂਰੇ ਦੇ ਅੱਗੇ ਅਰਦਾਸ ਕਰਨੀ ਹੈ, ਅਧੂਰੇ ਦੇ ਅੱਗੇ ਨਹੀਂ। ਜਦੋਂ ਪੂਰੇ ਦੇ ਅੱਗੇ ਅਰਦਾਸ ਕਰੇਗਾ, ਮੈਂ ਤੁਹਾਨੂੰ 2 ਨੁਕਤੇ ਤੁਹਾਡੀ ਝੋਲੀ ਵਿੱਚ ਪਾਉਣੇ। ਇੱਧਰ ਧਿਆਨ ਦੇਵੋ ਪਿਆਰਿਓ, ਪਕੜ ਵਿੱਚ ਲਿਆਓ। ਦੀਨ ਦੁਨੀ ਦੇ ਸੋਹਣੇ ਸਤਿਗੁਰ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਜਦੋਂ ਅਰਦਾਸ ਕਰਨੀ ਹੈ ਪੂਰੇ ਦੇ ਅੱਗੇ ਕਰਨੀ ਹੈ। ਦੂਸਰੀ ਬੇਨਤੀ ਕੀਤੀ ਵੀ ਜਦੋਂ ਵੀ ਅਰਦਾਸ ਕਰਨੀ ਹੈ ਦਿਲ ਦੀ ਤਹਿ ਤੋਂ ਕਰਨੀ ਹੈ, ਦਿਲ ਦੀ ਗਹਿਰਾਈ ਵਿੱਚੋਂ ਜਾ ਕੇ ਕਰਨੀ ਹੈ, ਦਿਲ ਦੀ ਡੂੰਘਾਈ ਵਿੱਚੋਂ ਜਾ ਕੇ ਕਰਨੀ ਹੈ। ਇਹ ਨੇੜੇ ਹੋ ਕੇ ਸੁਣਦਾ ਬੜੀ ਕਿਉਂ? ਕਿਉਂਕਿ ਬੈਠਾ ਹੀ ਸਰੀਰ ਵਿੱਚ ਹੈ। ਆਖੋ ਸਤਨਾਮ। ਬੈਠਾ ਵੀ ਹੱਥ ਤੋਂ ਨੇੜੇ ਹੈ,
ਸਭ ਮੈਂ ਜੋਤ ਜੋਤ ਹੈ, ਸਾਰਿਆਂ ਦੇ ਵਿੱਚ ਹੀ ਜੋਤ ਪਰਮਾਤਮਾ ਵਾਹਿਗੁਰੂ ਦੀ ਹੈ ਪਿਆਰਿਓ। ਆਓ ਇਹਨਾਂ ਕੋ ਆਪ ਜੀ ਨੇ ਹੁਣ ਸਮਝਿਆ, ਮਨ ਟਿਕਾਓ। ਪਹਿਲੀ ਪੰਕਤੀ ਤੋਂ ਆਪਾਂ ਆਰੰਭ ਕਰੀਏ, ਕਿਉਂਕਿ ਨਿਰਧਾਰਤ ਕੀਤੇ ਸਮੇਂ ਦੇ ਦਾਇਰੇ ਦੇ ਵਿੱਚੋਂ ਆਪਾਂ ਉੱਠਣਾ ਵੀ ਹੈ, ਸਮਾਪਤੀ ਵੀ ਕਰਨੀ ਹੈ। ਮਨ ਬਿਰਤੀਆਂ ਇਕਾਗਰ ਕਰ ਲਓ, ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੋੜ ਕੇ ਰੱਖੋ। ਜਿਵੇਂ ਚਾਂਦਨੀ ਚੌਂਕ ਇਸੇ ਧਰਤੀ ਤੇ ਪਾਵਨ ਅਸਥਾਨ ਤੇ ਇਸ ਮਿੱਟੀ ਤੇ ਭਾਈ ਮਤੀ ਦਾਸ ਜੀ ਨੇ ਸੁਰਤ ਨੂੰ ਜੋੜ ਕੇ ਰੱਖਿਆ। ਭਾਈ ਦਿਆਲ ਦਾਸ ਜੀ ਨੇ ਗੁਰੂ ਦੇ ਚਰਨਾਂ ਤੇ ਸੁਰਤ ਨੂੰ ਜੋੜ ਕੇ ਰੱਖਿਆ। ਭਾਈ ਸਤੀ ਦਾਸ ਜੀ ਨੇ ਵਾਹਿਗੁਰੂ ਤੋਂ ਕਿਰਪਾ ਕਰਾਈ ਤੇ ਸਾਡੇ ਤੇ ਵੀ ਅੱਜ ਕਿਰਪਾ ਕਰ ਰਿਹਾ ਹੈ। ਜੇ ਸਰੀਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਿੱਖਾਂ ਦੀ ਰਖਵਾਲੀ ਕਰ ਸਕਦਾ, ਗੁਰੂ ਕੀ ਸੰਗਤ ਜੀ ਅੱਜ ਸ਼ਬਦ ਰੂਪ ਦੇ ਵਿੱਚ ਵੀ ਕਿਰਪਾ ਕਰ ਰਿਹਾ ਹੈ। ਇਹ ਬੋਲਦਾ ਹੈ ਪਰ ਸਾਨੂੰ ਬੁਲਾਉਣਾ ਨਹੀਂ ਆਉਂਦਾ, ਇਹ ਰੀਝਦਾ ਸਾਨੂੰ ਰਿਝਾਉਣਾ ਨਹੀਂ ਆਉਂਦਾ। ਇਹ ਮਾਲਕ ਸਾਡੀ ਸੁਣਦਾ ਹੈ ਪਰ ਸਾਨੂੰ ਸੁਣਾਉਣਾ ਨਹੀਂ ਆਉਂਦਾ। ਇਹ ਸਾਡੇ ਨਾਲ ਪਿਆਰ ਵੀ ਕਰਦਾ ਪਰ ਪਿਆਰ ਕਰਾਉਣਾ ਨਹੀਂ ਆਉਂਦਾ, ਕਿਉਂਕਿ ਦੋਸ਼ੀ ਬੰਦਾ ਆਪ ਹੈ ਕਰਮਾਂ ਕਰਕੇ। ਗੁਰੂ ਨਹੀਂ ਦੋਸ਼ੀ, ਕਰਮਾਂ ਕਰਕੇ ਆਪਾਂ ਆਏ ਹਾਂ ਸਾਰੇ ਇਸ ਧਰਤੀ ਦੇ ਟੁਕੜੇ ਤੇ। ਆ ਫਾਨੀ ਮੰਡਲ ਵਿੱਚ, ਸਾਰੀ ਦੁਨੀਆ ਦੇ ਵਿੱਚ, ਜਗਤ ਦੇ ਵਿੱਚ ਦੁਨੀਆ ਕਿਉਂ ਕਿਹਾ ਗਿਆ? ਕਿਉਂਕਿ ਦੋ ਨੀਹਾਂ ਕਿਹੜੀਆਂ? ਜਨਮ ਤੇ ਮਰਨ, ਆਉਣਾ ਤੇ ਜਾਣਾ। ਆਖੋ ਸਤਨਾਮ। ਦੋਵੇਂ ਹੱਥ ਜੋੜਨੇ ਹਨ, ਸੀਸ ਸਤਿਗੁਰਾਂ ਨੂੰ ਝੁਕਾਉਣਾ ਹੈ। ਮਨ ਟਿਕਾਉਣ ਦਾ ਇੱਕੋ ਇੱਕ ਵਸੀਲਾ ਹੈ, ਉਹ ਕਿਹੜਾ? ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਲੋਕ ਜਿਹੜਾ ਗੁਰਮੁਖ ਪਿਆਰਿਓ ਇਹ ਸ਼ਬਦ ਆ ਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਜਿਹੜਾ ਅੰਗ ਹੈ 299 ਹੈ। ਥਿੱਤੀ ਗੌੜੀ ਚੱਲ ਰਹੀ ਹੈ। ਸਲੋਕ ਦਾ ਲਫ਼ਜ਼ੀ ਅਰਥ ਹੁੰਦਾ ਇੱਕ ਚਾਲ ਚੱਲਣਾ। ਹੁਣ ਚਾਲ ਤਾਂ ਸੱਪ ਦੀ ਵੀ ਹੁੰਦੀ, ਚਾਲ ਤਾਂ ਜਿਹੜਾ ਬੰਦਾ ਸ਼ਰਾਬੀ ਨਸ਼ੇ ਦਾ ਸੇਵਨ ਕੀਤਾ ਉਹਦੀ ਵੀ ਚਾਲ ਹੈ। ਜਿਹੜਾ ਇੱਧਰ ਉੱਧਰ ਭਟਕਦਾ ਚਾਲ ਤਾਂ ਉਹਦੀ ਵੀ ਹੈ, ਤੇ ਚਾਲ ਭਗਤਾਂ ਦੀ ਵੀ ਹੈ, ਚਾਲ ਤਾਂ ਗੁਰੂ ਦੀ ਵੀ ਹੈ, ਰੱਬ ਦੇ ਪਿਆਰਿਆਂ ਦੀ ਵੀ ਚਾਲ ਹੈ। ਭਗਤਾਂ ਕੀ ਚਾਲ ਨਿਰਾਲੀ ਹੈ। ਦੁਰਮਤ ਹਰੀ ਸੇਵਾ ਕਰੀ, ਭੇਟੇ ਸਾਧ ਕਿਰਪਾਲ। ਦੁਰਮਤ, ਦੁਰਮਤ ਦਾ ਲਫ਼ਜ਼ੀ ਅਰਥ ਹੁੰਦਾ ਭੈੜੀ ਮੱਤ, ਭੈੜੇ ਖਿਆਲ, ਮਾੜੇ ਫੁਰਨੇ, ਮਾੜਾ ਜੀਵਨ, ਜੀਵਨ ਦੇ ਪੱਖੋਂ ਗਲਤ, ਕਰੈਕਟਰਹੀਨ, ਕਰੈਕਟਰਲੈਸ। ਦੂਸਰਾ ਮਨ ਦੇ ਪਿੱਛੇ ਲੱਗਣਾ, ਮਨ ਮਰਜ਼ੀ ਦਾ ਮਾਲਕ ਬਣ ਕੇ ਦੁਨੀਆ ਦੇ ਇਸ ਫੀਲਡ ਵਿੱਚ ਵਿਚਰਨਾ। ਜੋ ਸਤਿਗੁਰ ਨੇ ਰੱਬ ਦੇ ਘਰ ਦੇ ਵਿੱਚ ਹੁਕਮ ਲਿਆ ਕੇ ਦਿੱਤਾ ਉਹਨੂੰ ਨਾ ਮੰਨਣਾ, ਇਹ ਕੀ ਹੈ? ਮਨਮਤ। ਇਹਨੂੰ ਕਿਹਾ ਜਾਂਦਾ ਦੁਰਮਤ। ਹੁਣ ਜਿਹੜੇ ਬੰਦੇ ਦਾ ਜੀਵਨ ਹੀ ਨਹੀਂ ਚੰਗਾ ਗਾ, ਮਾੜੇ ਲੱਛਣ ਹੈ, ਮਾੜੀ ਕਰਤੂਤ ਹੈ ਬੰਦਾ, ਤੇ ਜਿਹੜੀ ਕਰਤੂਤ ਹੈ ਪਸ਼ੂਆਂ ਵਾਲੀ ਕਰਦਾ ਪਿਆ, ਤੁਲਨਾ ਕਿਹਦੇ ਨਾਲ ਕੀਤੀ? ਪਸ਼ੂ ਜਾਨਵਰ ਦੇ ਨਾਲ। ਆਖੋ ਸਤਨਾਮ। ਲਿਖਿਆ ਨਾ ਗੁਰਬਾਣੀ ਵਿੱਚ, ਕਰਤੂਤ ਪਸ਼ੂ ਕੀ ਮਾਨਸ ਜਾਤ। ਬੰਦਿਆ ਮਨੁੱਖ ਜਾਤੀ ਦਾ ਤੇਰਾ ਜਨਮ ਹੋਇਆ, ਪਰ ਗੁਰਬਾਣੀ ਕੀ ਕਹਿ ਰਹੀ ਹੈ? ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਪ ਸੁਨਾਏ ਕੱਛ ਕਰੈ ਛਪਾਇਆ। ਉਹ ਮਾਰੇ ਕਹਿੰਦੇ ਜੇ ਮਾਨਸ ਜਾਤੀ ਦੇ ਵਿੱਚ, ਮਨੁੱਖ ਜਾਤੀ ਦੇ ਵਿੱਚ, ਬੰਦੇ ਦੇ ਰੂਪ ਦੇ ਵਿੱਚ, ਔਰਤ ਦੇ ਰੂਪ ਦੇ ਵਿੱਚ ਜਨਮ ਲਿਆ, ਪਰਮਾਤਮਾ ਨੇ ਤੇਰੇ ਤੇ ਤਰਸ ਕੀਤਾ, 84 ਦੇ ਖੂਹ ਦੇ ਵਿੱਚੋਂ ਬਾਹਰ ਕੱਢ ਕੇ ਮਨੁੱਖਾ ਜਨਮ ਤੈਨੂੰ ਬਖਸ਼ਿਆ, ਕਿ ਉਹਨੂੰ ਵੀ ਧਿਆਇਆ ਕਰਨਾ। ਇੱਕ ਹੈ ਗੁਰਮਤ, ਇੱਕ ਹੈ ਮਨਮਤ, ਇੱਕ ਹੈ ਦੁਰਮਤ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪਾਂ ਇੱਕ ਪਾਵਨ ਸ਼ਬਦ ਪੜ੍ਹਦੇ ਹਾਂ, ਧਿਆਨ ਦੇਵੋ। ਮਨ ਰੇ ਕੌਣ ਕਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਮੁਕਤ ਪੰਥ ਜਾਣਿਓ ਤਹਿ ਨਾਹਣ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੋ ਨੀ ਦੀਨਾ, ਬਿਰਥਾ ਆਪ ਬੰਧਾਇਆ। ਹੁਣ ਮਾਰੇ ਕਹਿਣ ਲੱਗੇ ਇਹ ਦੁਰਮਤ ਮਨਮਤ ਕਿੱਥੇ ਆਈ? ਤੇਰੇ ਮਨ ਦੇ ਵਿੱਚ ਆਈ। ਤੇ ਮਨ ਹੈ ਕਿੱਥੇ? ਸਰੀਰ ਦੇ ਵਿੱਚ ਹੈ। ਆਖੋ ਸਤਨਾਮ। ਸੁਣੋ, ਜੇ ਸਰੀਰ ਨਾ ਹੋਵੇ ਤੇ ਮਨ ਕਿੱਥੇ ਹੋਵੇਗਾ? ਜੇ
ਗੁਰਮੁਖ ਪਿਆਰਿਓ, ਸਰੀਰ ਹੈ ਤਾਂ ਹੀ ਮਨ ਹੈ। ਹਾਂ, ਮਨ ਸਾਡੇ ਸਰੀਰ ਦਾ ਕੋਈ ਅੰਗ ਨਹੀਂ। ਇਹਨੂੰ ਮਾਈਕਰੋਸਕੋਪ ਦੇ ਨਾਲ, ਇਹਨੂੰ ਸਕੈਨਿੰਗ ਦੇ ਨਾਲ ਨਹੀਂ ਦੇਖਿਆ ਜਾ ਸਕਦਾ, ਕੋਈ ਮਸ਼ੀਨ ਹੀ ਨਹੀਂ ਬਣੀ। ਮਨ ਹੈ ਕਿ ਸੰਕਲਪ ਤੇ ਵਿਕਲਪ, ਚੰਗੇ ਵਿਚਾਰ ਫੁਰਨੇ ਤੇ ਮਾੜੇ ਵਿਚਾਰ ਫੁਰਨੇ। ਚੰਗੇ ਵਿਚਾਰਾਂ ਦਾ ਧਣੀ ਹੈ ਤੇ ਗੁਰਮਤਿ ਦੀ ਵਿਦਿਆ ਗ੍ਰਹਿਣ ਕਰ ਰਹੇ ਹੈ, ਤੇ ਜੇ ਗੁਰੂ ਦਾ ਦਰ ਛੱਡ ਕੇ ਹੋਰ ਬੰਨਾਂ ਤੇ ਟੱਕਰਾਂ ਮਾਰ ਰਹੇ ਹੈ, ਭਟਕ ਰਹੇ ਹੈ, ਗੁੰਮਰਾਹ ਹੋ ਰਹੇ ਹੈ, ਰਸਤੇ ਤੋਂ ਖੁੰਝ ਗਿਆ, ਫਿਰ ਮਨਮਿੱਤ ਦੇ ਵਿੱਚ ਭੱਜਿਆ ਫਿਰਦਾ। ਆਖੋ ਸਤਨਾਮ। ਗੁਰਮਤਿ ਕਿਹਨਾਂ ਕੋਲ ਸੀ? ਭਾਈ ਮਤੀ ਦਾਸ ਜੀ ਦੇ ਕੋਲੇ। ਕੋਈ ਘਬਰਾਏ ਨਹੀਂ। ਵੈਸੇ ਦਿੱਲੀ ਆਪਣੀ ਬਣੀ ਨਹੀਂ, ਪਰ ਜਿਹੜੀ ਦਿੱਲੀ ਹੈ ਨਾ, ਸਾਹਮਣੇ ਤੋਂ ਵੀ ਝੁਕ ਜਾਂਦੀ ਹੈ। ਆਪਾਂ ਨੂੰ ਪਤਾ ਨਹੀਂਗਾ, ਪਰ ਦਿੱਲੀ ਗੁਰੂ ਕੇ ਚਰਨਾਂ ਵਿੱਚ ਆ ਕੇ ਵੀ ਮੱਥਾ ਟੇਕਦੀ ਹੈ। ਆਖੋ ਸਤਨਾਮ। ਸਮਝਦਾਰ ਬੰਦੇ ਨੂੰ ਸੰਕੇਤ ਤੇ ਇਸ਼ਾਰਾ ਬੜਾ ਕਾਫੀ ਸਮਝ ਹੁੰਦਾ ਹੈ, ਜ਼ਿਆਦਾ ਡਿਟੇਲ ਵਿੱਚ ਨਹੀਂ, ਕਿਉਂਕਿ ਜਿਹੜਾ ਪ੍ਰਕਰਨ ਚੱਲਦਾ ਪਿਆ ਇਹਦੇ ਇਰਦ ਗਿਰਦ ਹੀ ਘੁੰਮਣਾ ਹੈ। ਮਾਰੇ ਕਹਿੰਦੇ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ। ਭੇਟੇ ਦਾ ਅਰਥ ਹੁੰਦਾ ਮਲਾਪ, ਤੇ ਸਾਧ ਦਾ ਅਰਥ ਹੁੰਦਾ ਗੁਰੂ, ਤੇ ਕਿਰਪਾਲ ਦਾ ਅਰਥ ਹੁੰਦਾ ਦਇਆ ਦਾ ਘਰ। ਫਿਰ ਬੇਨਤੀ, ਜਿਹੜੀ ਦਇਆ ਨਾ, ਦਇਆ ਇੱਕ ਧਰਮ ਦੀ ਮਾਂ ਹੈ ਤੇ ਧਰਮੇ ਦਾ ਪੁੱਤਰ ਹੈ। ਆਖੋ ਸਤਨਾਮ। ਮਾਂ ਹੋਵੇ ਬੱਚੇ ਦੀ ਪੈਦਾਇਸ਼ ਹੈ, ਅਗਰ ਜੇ ਮਾਂ ਨਹੀਂ ਬੱਚੇ ਦੀ ਪੈਦਾਇਸ਼ ਨਹੀਂ। ਸਤਿਗੁਰੂ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਕਿ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਹੜਾ ਜੀਵ ਜੁੜਦਾ ਹੈ, ਉਹਦੀ ਜਿਹੜੀ ਦੁਰਮਤ ਆ, ਜਿਹੜੇ ਮਾੜੇ ਖਿਆਲ ਹੈ, ਮਾੜੀ ਸੋਚ ਹੈ, ਉਹ ਹਰੀ ਹੋ ਜਾਂਦੀ ਹੈ, ਭਾਵ ਕਿ ਦੂਰ ਹੋ ਜਾਂਦੀ ਹੈ। ਹਰੀ ਤਾਂ ਪਰਮਾਤਮਾ ਨੂੰ ਵੀ ਕਿਹਾ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਵਰੂਪ ਵਿੱਚ ਹਰ ਸ਼ਬਦ ਬਹੁਤ ਵਾਰ ਆਇਆ ਹੈ। ਹਰ ਦਾ ਅਰਥ ਅੱਗ ਵੀ ਹੁੰਦਾ, ਹਰ ਦਾ ਅਰਥ ਪਾਣੀ ਵੀ ਹੁੰਦਾ, ਹਰ ਦਾ ਅਰਥ ਹਮੇਸ਼ਾ ਹਰ ਰੋਜ਼ ਨਿਤਾ ਪ੍ਰਤੀ ਵੀ ਹੁੰਦਾ, ਹਰ ਦਾ ਅਰਥ ਮਰਿਆਦਾ ਵੀ ਹੁੰਦਾ। ਪਰ ਜਿਹੜਾ ਇੱਥੇ ਹਰੀ ਸ਼ਬਦ ਆਇਆ ਹੈ, ਇਹ ਪਰਮਾਤਮਾ ਦੇ ਪ੍ਰਤੀ ਨਹੀਂ ਆਇਆ, ਇਹ ਦੂਰ ਦੇ ਪ੍ਰਤੀ ਆਇਆ ਹੈ। ਆਖੋ ਸਤਨਾਮ। ਸਤਿਗੁਰ ਕਹਿੰਦੇ ਇਹ ਦੁਰਮਤ ਮਾੜੀ ਮਤ ਕਦੋਂ ਖਹਿੜਾ ਛੱਡ ਕੇ ਗਈ? ਜਦੋਂ ਗੁਰੂ ਘਰ ਵਿੱਚ ਜਾ ਕੇ ਸੇਵਾ ਕੀਤੀ। ਸੇਵਾ ਬੜੀ ਪ੍ਰਕਾਰ ਦੀ ਹੈ, ਤੇ ਸੇਵਾ ਦੇ ਵਿੱਚ ਮਿਲਦਾ ਵੀ ਬਹੁਤ ਕੁਝ ਹੈ। ਕੱਲਾ ਸਿਮਰਨ ਕਰਨ ਨਾਲ ਗੱਲ ਨਹੀਂ ਬਣਦੀ, ਨਾਲ ਸੇਵਾ ਵੀ ਚਾਹੀਦੀ ਹੈ। ਕੱਲੀ ਸੇਵਾ ਕਰਨ ਨਾਲ ਗੱਲ ਨਹੀਂ ਬਣਦੀ। ਗੁਰੂ ਪਿਆਰਿਓ, ਗੁਰੂ ਕੀ ਸੰਗਤ, ਤੁਹਾਡੇ ਵਿੱਚ ਰੱਬ ਆਪ ਬੈਠਾ ਹੋਇਆ, ਤੁਹਾਡੇ ਰੂਪ ਵਿੱਚ ਰੱਬ ਸਾਰਿਆਂ ਨੂੰ ਵੇਖਦਾ ਵੀ ਪਿਆ ਤੇ ਸੁਣਦਾ ਵੀ ਪਿਆ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਰੱਬ ਸੁਣਦਾ ਵੀ ਹੈ, ਰੱਬ ਵੇਖਦਾ ਵੀ ਹੈ, ਰੱਬ ਕੰਮਕਾਰ ਵੀ ਕਰਦਾ ਹੈ। ਪਰ ਮਹਾਰਾਜ ਜੀ ਕਹਿਣ ਲੱਗੇ ਜਦੋਂ ਹਰੀ ਦੀ ਸੇਵਾ ਕਰੇਗਾ, ਪਰਮਾਤਮਾ ਦੀ ਸੇਵਾ ਕਰੇਗਾ ਨਾ, ਕੋਈ ਸੇਵਾ ਕਰ ਲੈ। ਅਰਦਾਸ ਕਈ ਵਾਰੀ 2-3 ਵਾਰੀ ਇਸ ਦਾਦੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਨੇ ਆਪਣੀ ਗੋਦੀ ਵਿੱਚ ਬਿਠਾਇਆ ਹੈ। ਮੈਂ ਮਨ ਵਿੱਚ ਸੋਚਦਾ ਪਿਆ ਸੀ ਵੀ ਇੱਥੇ ਦਾਦਾ ਜੀ ਸੁਭਾਏਮਾਨ ਆ, ਤੇ ਬੰਗਲਾ ਸਾਹਿਬ ਇਹਨਾਂ ਦਾ ਪੋਤਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਸੁਭਾਏਮਾਨ ਆ। ਜੋਤ ਇੱਕ ਹੀ ਹੈ। ਆਖੋ ਸਤਨਾਮ। ਦਾਦਾ ਇੱਥੇ ਕਿਰਪਾ ਕਰ ਰਿਹਾ, ਪੋਤਾ ਉੱਥੇ ਕਿਰਪਾ ਕਰ ਰਿਹਾ ਹੈ, ਪਰ ਜੋਤ ਸਾਰੀ ਇੱਕ ਹੈ। ਹੁਣ ਜੇ ਦਾਦੇ ਨੇ ਕਿਰਪਾ ਕਰ ਦਿੱਤੀ, ਪੋਤੇ ਨੇ ਆਪੇ ਕਿਰਪਾ ਕਰ ਦੇਣੀ ਹੈ। ਜੇ ਵੱਡੇ ਬੰਦੇ ਨੂੰ ਮਿਲ ਪਏ, ਵੱਡੇ ਬੰਦੇ ਨੇ ਕਿਰਪਾ ਕਰ ਦਿੱਤੀ, ਪੁੱਤਰ ਨੂੰ ਪੁੱਛਣ ਦੀ ਮੁੜ ਕੇ ਲੋੜ ਰਹਿੰਦੀ ਨਹੀਂ। ਕਿਉਂ? ਕਿਉਂਕਿ ਸਾਰਿਆਂ ਦਾ ਵੱਡਾ ਮਾਲਕ ਕਿਹੜਾ ਹੈ? ਜਿਸ ਗੁਰੂ ਦੇ ਆਪਾਂ ਚਰਨਾਂ ਵਿੱਚ ਅੱਜ ਜੁੜ ਕੇ ਬੈਠੇ ਹਾਂ। ਜੁੜਨ ਦਾ ਅਰਥ ਇਹ ਨਹੀਂ ਵੀ ਆਪਾਂ ਚੌਂਕੜਾ ਮਾਰ ਲਿਆ ਜਾਂ ਬਿਲਕੁਲ ਰੀੜ੍ਹ ਦੀ ਹੱਡੀ ਨੂੰ ਬਿਲਕੁਲ ਸਿੱਧਾ ਕਰਕੇ ਬੈਠ ਗਏ। ਨਾ 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 ਨਾ। ਜੁੜਨ ਦਾ, ਜੋੜੇ ਦਾ ਅਰਥ ਹੁੰਦਾ ਹੈ ਵੀ ਤੂੰ ਆਪਣਾ ਇੱਥੋਂ ਜੀਵਨ ਬਣਾ ਕੇ ਲੈ ਕੇ ਜਾਣਾ। ਜਿਹੜੀ ਗੁਰਬਾਣੀ ਨੇ ਅੱਜ ਪ੍ਰੈਕਟੀਕਲ ਕਰਕੇ ਦੱਸਿਆ, ਕੀ ਹੈ ਤੇਰੇ ਜੀਵਨ ਦੇ ਵਿੱਚ ਪ੍ਰੈਕਟੀਕਲ ਹੈ? ਥਿਊਰੀ ਹਰੇਕ ਕੋਲੇ ਹੈ, ਪ੍ਰੈਕਟੀਕਲ ਕਿਸੇ ਕੋਲੇ ਹੈ। ਪ੍ਰੈਕਟੀਕਲ ਦੇ ਪੇਪਰ ਸਾਡੇ ਇਹ ਧੀਆਂ ਬੱਚੇ ਬੱਚੀਆਂ ਦਿੰਦੇ ਹੈ, ਪਰ ਕੋਈ ਪਾਸ ਹੁੰਦਾ ਪ੍ਰੈਕਟੀਕਲ ਦੇ ਵਿੱਚੋਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਪ੍ਰੈਕਟੀਕਲ ਕੀਤਾ, ਆਪ ਸੇਵਾ ਕੀਤੀ ਹੈ। ਆਖੋ ਸਤਨਾਮ। ਆਪ ਸੇਵਾ ਕੀਤੀ ਹੈ। 26 ਸਾਲ ਬਾਬਾ ਬਕਾਲੇ ਤਪੱਸਿਆ ਵੀ ਕੀਤੀ ਹੈ, ਸਿਮਰਨ ਵੀ ਕੀਤਾ ਹੈ। ਪਰ ਜਿਹੜੇ ਸੇਵਾ ਕਰ ਲੈਂਦੇ ਹੈ, ਸੇਵਾ ਬਾਬਾ ਦੀਪ ਸਿੰਘ ਜੀ ਨੇ ਵੀ ਕੀਤੀ ਹੈ, ਸੇਵਾ ਭਾਈ ਮਨੀ ਸਿੰਘ ਸਾਹਿਬ ਨੇ ਵੀ ਕੀਤੀ ਹੈ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਗ੍ਰੰਥੀ ਰਹੇ ਹੈ,
ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਨਿਗਰਾਨੀ ਵੀ ਕਰਦੇ ਰਹੇ ਆ ਜਦੋਂ ਸਤਿਗੁਰ ਨੇ ਡਿਊਟੀ ਲਾਈ ਹੈ। ਪਰ ਉਹਨਾਂ ਦੀ ਸੇਵਾ ਵੇਖੋ ਅੱਜ ਪਤਾ ਕੀ ਹੁੰਦਾ ਹੈ, ਮੁਆਫੀ ਭਾਂਡੇ ਵੀ ਮਾਂਜੇ ਜਾ ਰਹੇ ਹੈ, ਬਰਤਨ ਵੀ ਸਾਫ਼ ਹੋ ਰਹੇ ਹੈ, ਝਾੜੂ ਦੀ ਸੇਵਾ ਵੀ ਚੱਲ ਰਹੀ ਹੈ, ਚਾਦਰਾਂ ਦੀ ਸੇਵਾ ਵੀ ਚੱਲ ਰਹੀ ਹੈ, ਵਿਛਾਈ ਦੀ ਸੇਵਾ ਵੀ ਚੱਲ ਰਹੀ ਹੈ, ਗੁਰੂ ਦੇ ਸੋਹਣੇ ਬਸਤਰਾਂ ਦੀ ਸੇਵਾ ਵੀ ਚੱਲ ਰਹੀ ਹੈ, ਪਾਲਕੀ ਸਾਹਿਬ ਦੀ ਸੇਵਾ ਵੀ ਚੱਲ ਰਹੀ ਹੈ, ਜੋੜੇ ਘਰ ਦੇ ਵਿੱਚ ਵੀ ਸੇਵਾ ਚੱਲ ਰਹੀ ਹੈ। ਇੱਧਰੋਂ ਹੱਥਾਂ ਦੇ ਨਾਲ ਸੇਵਾ ਹੋ ਰਹੀ ਹੈ ਤੇ ਕੰਨਾਂ ਦੇ ਨਾਲ ਪਤਾ ਨਹੀਂ ਕੀ ਕੁਝ ਸੁਣਿਆ ਜਾ ਰਿਹਾ ਹੈ। ਟੈਲੀਫੋਨ ਆਉਂਦਾ, ਆ ਜਾਓ ਘਰ। ਇਹ ਗੁਰਮੁਖ ਪਿਆਰਿਓ ਸੇਵਾ ਨਹੀਂ, ਸੇਵਾ ਤਨ ਮਨ ਧਨ ਨਾਲ ਕੀਤੀ ਜਾਂਦੀ ਹੈ ਤੇ ਸੇਵਾ ਪੂਰੇ ਦੇ ਚਰਨਾਂ ਵਿੱਚ ਰਹਿ ਕੇ ਕਰਨੀ ਚਾਹੀਦੀ। ਸੇਵਾ ਦੇ ਵਿੱਚ ਮੰਗਣਾ ਕੁਝ ਨਹੀਂ ਚਾਹੀਦਾ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਕੇਵਲ ਤੇ ਕੇਵਲ ਗੁਰੂ ਦੀ ਸੇਵਾ ਤੇ ਗੁਰੂ ਦਾ ਸਿਮਰਨ ਮੰਗਿਆ ਕਰੋ। ਸਤਿਗੁਰੂ ਜੀ ਕਹਿਣ ਲੱਗੇ, ਸੇਵਾ ਕਰਤ ਹੋਏ ਨਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਪ੍ਰਾਪਤ ਦਾ ਅਰਥ ਹੁੰਦਾ ਤੈਨੂੰ ਸੁਆਮੀ ਮਿਲ ਜਾਣਾ ਹੈ, ਤੈਨੂੰ ਰੱਬ ਦਾ ਮਿਲਾਪ ਹੋ ਜਾਣਾ ਹੈ। ਕੋਈ ਸਾਡੇ ਘਰ ਵਿੱਚ ਚਿੱਠੀ ਲੈ ਕੇ ਡਾਕੀਆ ਆਇਆ, ਪੈਗੰਬਰ ਆਇਆ, ਜਿੰਨੀ ਦੇਰ ਤੱਕ ਅਸੀਂ ਉਹ ਟੁਕੜਾ ਇੱਕ ਕਾਗਜ਼ ਜੋ ਚਿੱਠੀ ਨਹੀਂ ਨਾ ਫੜੀ ਆਪਣੇ ਹੱਥ ਦੇ ਵਿੱਚ ਤੇ ਆਪਾਂ ਕਿਸੇ ਨੂੰ ਕਹਿ ਨਹੀਂ ਸਕੇ ਵੀ ਇਹਦੇ ਤੋਂ ਪ੍ਰਾਪਤ ਕੀਤੀ ਹੈ। ਜਦੋਂ ਹੱਥ ਵਿੱਚ ਪਕੜ ਲਈ ਇਹਦਾ ਮਤਲਬ ਵੀ ਅਸੀਂ ਪ੍ਰਾਪਤ ਕਰ ਲਈ। ਆਖੋ ਸਤਨਾਮ। ਤੇ ਮਹਾਰਾਜ ਕਹਿਣ ਲੱਗੇ, ਸੇਵਾ ਕਰਕੇ ਰੱਬ ਨੂੰ ਪ੍ਰਾਪਤ ਵੀ ਕਰ, ਸੇਵਾ ਕਰਕੇ ਸੁਆਮੀ ਨੂੰ ਵੀ ਪ੍ਰਾਪਤ ਕਰ। ਇਹਦੀ ਵੀ ਪਕੜ ਵਿੱਚ ਆ, ਇਹਦੇ ਵੀ ਚਰਨਾਂ ਦਾ ਭੌਰਾ ਬਣ, ਇਹਦੀ ਵੀ ਚਰਨਾਂ ਦਾ ਆ ਕੇ ਪਤੰਗਾ ਤੇ ਪਰਵਾਨਾ ਬਣ। ਆਪਣਾ ਤਨ ਵੀ ਭੇਟਾ ਕਰ, ਮਨ ਵੀ ਭੇਟਾ ਕਰ ਤੇ ਧਨ ਵੀ ਭੇਟਾ ਕਰ ਤੇ ਗੁਰੂ ਦਾ ਹੁਕਮ ਵੀ ਮੰਨ ਤੇ ਦੁਰਮਤ ਨੂੰ ਪਾਸੇ ਕਰ। ਆਖੋ ਸਤਨਾਮ। ਸੁਣੋ ਬੇਨਤੀ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਮਨ ਦੀ ਗੱਲ ਤਾਂ ਕਰ ਲਈ, ਮਤ ਦੀ ਗੱਲ ਵੀ ਕਰ ਲਈ ਤੇ ਬੁੱਧੀ ਦੀ ਗੱਲ। ਬੁੱਧੀ ਤੇ ਆ ਜਿਹੜੀ ਮਤ ਆ ਇਹਦੇ ਵਿੱਚ ਬੜਾ ਫਰਕ ਹੈ। ਮੇਰੇ ਕੋਲੇ ਖੁਲਾਸਾ ਨਹੀਂ, ਮੈਂ ਤਾਂ ਖੁਲਾਸਾ ਕਰ ਜਾਵਾਂ ਕਿਉਂਕਿ ਸ਼ਬਦ ਦੀ ਵਿਚਾਰ ਵੀ ਕਰਨੀ ਹੈ। ਸਤਿਗੁਰ ਕਹਿਣ ਲੱਗੇ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ। ਹਾਂ, ਜੇ ਸੇਵਾ ਕਰਨੀ ਗੁਰੂ ਦੇ ਚਿੱਤ, ਗੁਰੂ ਦਾ ਚਿੱਤ ਲਾ ਕੇ ਕਰਿਆ ਕਰ। ਆ ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ, ਗੁਰੂ ਦਾ ਹਿਰਦਾ, ਗੁਰੂ ਦਾ ਦਿਲ ਹੈ, ਗੁਰੂ ਦਾ ਚਿੱਤ ਹੈ। ਕਿਸੇ ਦੇ ਨਾਲ ਚਿੱਤ ਮਿਲ ਜਾਵੇ ਨਾ, ਕਿਸੇ ਦੇ ਨਾਲ ਦਿਲ ਮਿਲ ਜਾਵੇ, ਫਿਰ ਉੱਥੇ ਧੋਖਾਧੜੀ ਵੀ ਨਹੀਂ ਰਹਿ ਜਾਂਦੀ, ਜ਼ਬਰਦਸਤੀ ਵੀ ਨਹੀਂ ਰਹਿ ਜਾਂਦੀ, ਇੱਧਰ ਉੱਧਰ ਦੀ ਭੜਕਣਾ ਵੀ ਨਹੀਂ ਰਹਿ ਜਾਂਦੀ। ਕਿਉਂ? ਕਿਉਂਕਿ ਦਿਲ ਨਾਲ ਦਿਲ ਮਿਲ ਗਿਆ, ਸੋਚ ਨਾਲ ਸੋਚ ਮਿਲ ਗਈ, ਸੰਜੋਗ ਨਾਲ ਸੰਜੋਗ ਮਿਲ ਗਏ। ਆਖੋ ਸਤਨਾਮ। ਨਾਨਕ ਪ੍ਰਭ ਸਿਉ ਮਿਲ ਰਹੇ, ਬਿਨ ਸੇ ਸਗਲ ਜੰਜਾਲ। ਭਾਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਖੰਡੂਰ ਸਾਹਿਬ ਰਹਿੰਦੇ ਹੈ, ਗੁਰੂ ਅਮਰਦਾਸ ਪਿਤਾ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿੰਦੇ ਗੋਬਿੰਦਪੁਰੀ, ਗੁਰੂ ਰਾਮਦਾਸ ਪਿਤਾ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰਹਿੰਦੇ ਆ। ਪਿਆਰਿਓ ਧਿਆਨ ਦੇਵੋ, ਸਾਰਿਆਂ ਨੇ ਸਭ ਤੋਂ ਵੱਡਾ ਕਿਹਨੂੰ ਮੰਨਿਆ? ਗੁਰੂ ਨਾਨਕ ਨੂੰ। ਮੈਂ ਜਦੋਂ ਆਰੰਭ ਕੀਤੀ ਹੈ ਨਾ ਕਥਾ ਤੇ ਇੱਕ ਮੰਗਲ ਪੜ੍ਹਿਆ, ਭੁੱਲਿਆ ਨਾ ਕਰੋ। ਸਤਿਗੁਰ ਕਹਿੰਦੇ ਸਭ ਤੇ ਵੱਡਾ ਸਤਿਗੁਰ। ਨਾਨਕ ਕਿਹਾ ਨਾ, ਅੱਗੇ ਕੀ ਕਿਹਾ? ਜਿਨ ਕਲ ਰਾਖੀ ਮੇਰੀ। ਸੁਣੋ, ਨਾਨਕ ਪ੍ਰਭ ਸਿਉ ਮਿਲ ਰਹੇ। ਪ੍ਰਭ ਦਾ ਅਰਥ ਹੋ ਗਿਆ ਉਹ ਪ੍ਰਭੂ। ਹੁਣ ਜਿੱਥੇ ਆਪਾਂ ਬੈਠੇ ਹਾਂ ਇਹ ਵੀ ਪ੍ਰਭੂ ਦੀ ਸ਼ਰਨ ਹੈ, ਇਹ ਵੀ ਵਾਹਿਗੁਰੂ ਦੀ ਸ਼ਰਨ ਹੈ, ਇਹਦੇ ਤੋਂ ਅੱਗੇ ਕੋਈ ਸ਼ਰਨ ਹੈ ਹੀ ਨਹੀਂ। ਹਿੰਦੂ ਵੀਰ ਹੈ, ਰਾਮ ਦੀ ਉਹਨੇ ਪੂਜਾ ਕਰਨੀ ਹੈ, ਮੂਰਤੀ ਦੇ ਇਰਦ ਗਿਰਦ ਘੁੰਮਣਾ, ਧੋਤੀ ਬੰਨਣੀ ਹੈ, ਤਿਲਕ ਲਾਉਣੇ, ਉਹਨੂੰ ਮੁਬਾਰਕ ਹੈ, ਉਹ ਮੰਦਰ ਵਿੱਚ ਜਾਵੇ। ਇੱਕ ਦਿਨ ਦੇ ਵਿੱਚ 5 ਨਮਾਜ਼ਾਂ ਅਦਾ ਕਰਨੀਆਂ, ਹਜ਼ਰਤ ਮੁਹੰਮਦ ਸਾਹਿਬ ਤੇ ਅਕੀਦਾ ਰੱਖਣਾ ਹੈ, ਦਇਆ ਕਰਨੀ ਹੈ, ਮਾੜਾ ਸੋਚਣਾ ਨਹੀਂ, ਮਾੜਾ ਕਰਨਾ ਨਹੀਂ, ਕਰਨ ਨਹੀਂ ਦੇਣਾ। ਤੇ ਗੁਰਮੁਖ ਪਿਆਰਿਆ, ਤੇਰੇ ਤੇ ਉਹ ਮੁਹੰਮਦ ਸਾਹਿਬ ਵੀ ਖੁਸ਼ ਹੈ, ਤੇਰੇ ਤੇ ਅੱਲਾਹ ਤਾਲਾ ਵੀ ਖੁਸ਼ ਹੈ। ਆਖੋ ਸਤਨਾਮ। ਪਰ ਸਤਿਗੁਰੂ ਕਹਿਣ ਲੱਗੇ ਜਿਹੜਾ ਪ੍ਰਭੂ ਆ ਨਾ, ਪ੍ਰਭੂ ਦੀ ਸ਼ਰਨ ਵਿੱਚ ਆ ਗਿਆ। ਪ੍ਰਭ ਸਿਉ, ਸਿਉ ਦਾ ਅਰਥ ਹੋ ਗਿਆ ਨਾਲ ਮਿਲਾਪ, ਮਿਲ ਰਹੇ, ਮਿਲਾਪ ਹੋ ਗਿਆ। ਬਿਨ ਸੇ ਸਗਲ, ਸਗਲ ਦਾ ਅਰਥ ਹੋ ਗਿਆ ਸਾਰੇ, ਜੰਜਾਲ ਦਾ ਅਰਥ ਹੋ ਗਿਆ ਮਾਇਆ ਦੇ ਬੰਧਨੀ ਟੁੱਟ ਗਏ। ਆਖੋ ਸਤਨਾਮ। ਜਦੋਂ ਕਿਸੇ ਬੰਦੇ ਨੂੰ ਹੱਥ ਕੜੀਆਂ ਲਾ ਕੇ ਉਹ ਬੇੜੀਆਂ ਪੈਰਾਂ ਦੇ ਵਿੱਚ ਪਾਈਆਂ ਜਾਣ ਤੇ ਆਪਾਂ ਕਹਿੰਦੇ ਬੰਦਾ ਬੰਨਿਆ ਗਿਆ।
ਤੇ ਇਧਰ ਸੱਚੇ ਪਾਤਸ਼ਾਹ ਕਹਿਣ ਲੱਗੇ, ਪੁੱਤਰਾ ਤੂੰ ਵੀ ਮਾਇਆ ਦੇ ਦੁਨਿਆਵੀ ਪਦਾਰਥਾਂ ਦੇ ਪੰਜਾਂ ਵਕਾਰਾਂ ਦੇ ਘੁੰਮਣ ਘੇਰੀ ਦੇ ਵਿੱਚ ਸੰਗਲਾਂ ਦੇ ਵਿੱਚ ਬੰਨਿਆ ਗਿਆ ਹੈ। ਇਹ ਸਾਰੇ ਤਾਂ ਤੇਰੇ ਟੁੱਟਣੇ ਹੈ ਜੇ ਗੁਰੂ ਘਰ ਦੇ ਵਿੱਚ ਆ ਕੇ ਬੈਠਿਆ, ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਨੂੰ ਜੋੜਿਆ, ਅੰਦਰ ਪ੍ਰੇਮ ਪੈਦਾ ਹੋਇਆ। ਰੱਬ ਮਿਲਦਾ ਕਿਵੇਂ? ਬੜਾ ਸੌਖਾ ਤਰੀਕਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਲੰਮੇ ਸਫ਼ਰ ਤੇ ਜਾਣ ਦੀ ਲੋੜ ਹੀ ਨਹੀਂ। 5 ਬਾਣੀਆਂ ਪੜ੍ਹਦੇ ਆ, 5 ਬਾਣੀਆਂ ਦੇ ਵਿੱਚ ਤੀਸਰੀ ਬਾਣੀ ਆਉਂਦੀ ਆ ਅੰਮ੍ਰਿਤ ਸਵਈਏ, ਸੁੱਧ ਸਵਈਏ ਵੀ ਕਹਿੰਦੇ ਆਪਾਂ। 10 ਬੰਦ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਤਾਂ ਕਿਹਾ, ਪੰਛੀ ਨੂੰ ਵੀ ਕਿਹਾ ਤੇ ਜਾਨਵਰ ਨੂੰ ਵੀ ਕਿਹਾ। ਕੀ ਕਿਹਾ? ਮਹਾਰਾਜ ਜੀ ਕਹਿਣ ਲੱਗੇ, ਸਾਚ ਕਹੋ ਸੁਣ ਲਿਓ ਸਭੈ। ਹੁਣ ਸੁਣ ਲਿਓ ਸਭੇ ਦੇ ਵਿੱਚ ਤਾਂ ਸਾਰਾ ਹੀ ਬ੍ਰਹਿਮੰਡ ਆ ਗਿਆ। ਆਖੋ ਸਤਨਾਮ। ਕਰੋੜਾਂ ਬ੍ਰਹਿਮੰਡ ਦੀ ਗਿਣਤੀ ਵਿੱਚ ਬ੍ਰਹਿਮੰਡ ਪਰਮਾਤਮਾ ਵੱਲੋਂ ਸਾਜਿਆ ਗਿਆ ਹੈ। ਇਹਦਾ ਸਿਰਜਣਹਾਰ ਹੈ ਵਾਹਿਗੁਰੂ। ਤੁਸੀਂ ਵਰਲਡ ਵਾਈਡ ਵੇਖੋ ਨਾ, ਵਰਲਡ ਲਾ ਲਓ, ਇੱਕ ਵਰਲਡ ਸਾਰਾ, ਇਹ ਸਾਰਾ ਜਿਹੜਾ ਸੰਸਾਰ ਹੈ ਇੱਕ ਬ੍ਰਹਿਮੰਡ ਬਣਦਾ, ਇੱਕ ਬ੍ਰਹਿਮੰਡ। ਤੇ ਕਰੋੜਾਂ ਦੀ ਬ੍ਰਹਿਮੰਡਾਂ ਦੀ ਗਿਣਤੀ ਵਿੱਚ ਜਿਹੜਾ ਇੰਨਾ ਕੁਝ ਪਰਮਾਤਮਾ ਨੇ ਪੈਦਾ ਕੀਤਾ, ਉਹਦੀ ਗਿਣਤੀ ਕਿੱਥੋਂ ਹੋਵੇਗੀ? ਉਹ ਕੈਲਕੂਲੇਟ ਹੀ ਨਹੀਂ ਕੰਮ ਕਰਨਾ। ਆਖੋ ਸਤਨਾਮ। ਮਹਾਰਾਜ ਜੀ ਕਹਿਣ ਲੱਗੇ ਕਿ ਇਹ ਜਿਹੜੇ ਤੇਰੇ ਸੰਗਲ ਹੈ, ਜਿਹੜੇ ਜੰਜਾਲ ਹੈ, ਜਿਹੜੇ ਬੰਧਨ ਹੈ, ਜਿਹੜੇ ਰੱਸਿਆਂ ਨਾਲ ਬੰਨਿਆ ਗਿਆ ਹੈ, ਤੈਨੂੰ ਨਰੜ ਦਿੱਤਾ ਗਿਆ, ਕਹਿੰਦੇ ਇਹ ਸਾਰੇ ਖਤਮ ਹੋ ਜਾਣੇ ਜੇ ਗੁਰੂ ਨੇ ਕਿਰਪਾ ਕਰ ਦਿੱਤੀ। ਗੁਰੂ ਦੇ ਨਾਲ ਮਿਲਾਪ ਹੋ ਗਿਆ। ਇੱਥੇ ਜਿਹੜਾ ਸ਼ਲੋਕ ਹੈ ਸਮਾਪਤ ਹੋ ਗਿਆ। ਪੌੜੀ ਆਰੰਭ ਹੋਣ ਲੱਗੀ। ਪਿਆਰਿਓ, ਸਾਡੇ ਸਿੱਖ ਪੰਥ ਦੇ ਬੜੇ ਪਿਆਰੇ ਵਿਦਵਾਨ ਹੋਏ ਆ। ਤੁਹਾਡੇ ਦਿੱਲੀ ਦੇ ਵਿੱਚ ਬੜੀਆਂ ਰੌਣਕਾਂ ਲਾਈਆਂ ਉਹਨਾਂ ਨੇ। ਪੰਥ ਰਤਨ ਸ਼੍ਰੀਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹ ਜਦੋਂ ਵੀ ਤਕਰੀਬਨ ਸੰਗਤ ਦੇ ਵਿੱਚ ਆ ਕੇ ਬਚਨ ਬਲਾਸ ਕਰਦੇ ਹੁੰਦੇ ਸੀ ਨਾ, ਦਿੱਲੀ ਵਾਲਿਓ ਆਪ ਜੀ ਨੂੰ ਬੇਨਤੀ ਕਰ ਰਹੇ ਆ, ਮਸਕੀਨ ਜੀ ਕਹਿੰਦੇ ਹੁੰਦੇ ਸੀ, ਜੇ ਬੰਦੇ ਦੇ ਘਰ ਦੇ ਵਿੱਚ ਪੌੜੀ ਆ ਤੇ ਮੰਜ਼ਿਲ ਮਕਸੂਦ ਵੀ ਤਾਂ, ਤੇ ਜੇ ਪੌੜੀ ਨਹੀਂ ਤੇ ਫਿਰ ਮੰਜ਼ਿਲ ਵੀ ਕੋਈ ਨਹੀਂ। ਹੁਣ ਤਾਂ ਲਿਫਟ ਆ ਗਈਆਂ। ਆਖੋ ਸਤਨਾਮ। ਸਮਾਂ ਬ੍ਰੈਂਡਡ ਤੌਰ ਤੇ ਅੱਗੇ ਜਾ ਰਿਹਾ ਹੈ। ਇੱਧਰੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛਿਆ, ਸਤਿਗੁਰ ਜੀ ਘਰ ਦੇ ਵਿੱਚ ਪੌੜੀ ਹੈ, ਉਹ 20 ਡੰਡੇ ਚੜ੍ਹ ਗਏ, ਲੋਹੇ ਦੇ ਡੰਡੇ ਆ, ਪੱਥਰ ਦੇ ਡੰਡੇ ਆ, ਜਾਂ ਕੋਈ ਲੱਕੜ ਦੇ ਡੰਡੇ ਆ, ਕਿਰਪਾ ਕੀਤੀ ਸਾਨੂੰ ਚਬਾਰੇ ਤੇ ਚੜਾਤਾ, ਦੂਜੀ ਮੰਜ਼ਿਲ ਤੇ ਪਹੁੰਚ ਗਏ। ਪਰ ਸਾਨੂੰ ਕਿਰਪਾ ਕਰਕੇ ਇਹ ਦੱਸੋ, ਅਸੀਂ ਤੁਹਾਡੇ ਭੋਲੇ ਬੱਚੇ ਆ, ਵੀ ਰੱਬ ਦੇ ਘਰ ਦੇ ਵਿੱਚ ਵੀ ਪੌੜੀ ਜਾਂਦੀ ਹੈ ਕਿ ਰੱਬ ਦੇ ਘਰ ਦੇ ਵਿੱਚ ਵੀ ਇਹ ਜਗ੍ਹਾ ਬਣੇਗੀ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਅਸੀਂ ਜਪਜੀ ਸਾਹਿਬ ਦੇ ਆਰੰਭ ਦੇ ਵਿੱਚ ਇੱਕ ਸ਼ਲੋਕ ਤੋਂ ਅੱਗੇ 38 ਪੌੜੀਆਂ ਚੜ੍ਹਾਈਆਂ ਹੋਈਆਂ। 38 ਪੌੜੀਆਂ। ਤੇ ਸਾਡੀ ਮੰਜ਼ਿਲ ਮਕਸੂਦ ਕੀ ਹੈ? ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਵਿੱਚ ਰੱਬ ਰਹਿੰਦਾ ਹੈ। ਆਖੋ ਸਤਨਾਮ। ਸੱਚਖੰਡ ਵਿੱਚ ਉਹ ਪਰਮਾਤਮਾ ਵਾਹਿਗੁਰੂ ਰਹਿੰਦਾ ਹੈ, ਮਿਹਰ ਕਰਦਾ। ਜਦੋਂ ਸੱਚਖੰਡ ਵਿੱਚ ਹੀ ਪਹੁੰਚ ਗਏ ਤੇ ਪਿਆਰਿਓ ਗੱਲ ਬਣ ਗਈ। ਜੇ ਗੱਲ ਬਣ ਗਈ, ਆ ਲੋਕ ਵੀ ਸਫਲ ਹੋ ਗਿਆ ਤੇ ਪਰਲੋਕ ਵੀ ਸਫਲ ਹੋ ਗਿਆ। ਇਸੇ ਕਰਕੇ ਸਤਿਗੁਰ ਨੂੰ ਕਹਿਣਾ ਪਿਆ। ਗੁਰੂ ਅਰਜਨ ਸਾਹਿਬ ਮਹਾਰਾਜ ਪਿਤਾ ਜੀ ਦੇ ਮੁਖਾਰਬਿੰਦ ਤੋਂ ਤੁਸੀਂ ਸਾਰੇ ਬਾਣੀ ਪੜ੍ਹਦੇ ਹੋ, ਪੜ੍ਹਨੀ ਚਾਹੀਦੀ ਹੈ। ਇੱਧਰ ਧਿਆਨ ਦੇਵੋ ਪਿਆਰਿਓ, ਹਿੱਲ ਜੁਲ ਨਾ ਕਰੋ ਪਲੀਜ਼, ਧਿਆਨ ਦੇਵੋ, ਇਕਾਗਰਤਾ ਬਣਾਓ। ਮੇਰੀਆਂ ਮਾਵਾਂ, ਮੇਰੀਆਂ ਭੈਣਾਂ, ਮੇਰੇ ਇਹ ਪਿਆਰੇ ਸੋਹਣੇ ਵੀਰ ਔਰ ਪੁਰਾਣੇ ਇਹ ਬਾਪੂ ਬਜ਼ੁਰਗ, ਜਦੋਂ ਬਾਣੀ ਪੜ੍ਹਦੇ ਆ ਨਾ, ਸੁਖਮਨੀ ਸਾਹਿਬ ਜੀ ਦੀ ਬਾਣੀ, ਤੇ ਸੱਚੇ ਪਾਤਸ਼ਾਹ ਕਹਿੰਦੇ ਇਹ ਲੋਕ ਸੁਖ ਗਏ ਪਰਲੋਕ ਸੁਹੇਲੇ। ਸੁਹੇਲੇ ਦਾ ਅਰਥ ਹੁੰਦਾ ਸੌਖਾ ਤਰੀਕਾ। ਕਹਿਣ ਲੱਗੇ ਸੌਖਾ ਹੋ ਜਾਣਾ ਹੈ, ਨਾਨਕ ਹਰ ਪ੍ਰਭ ਆਪੇ ਮੇਲੇ। ਮੈਂ ਉਹ ਗੱਲ ਭੁੱਲ ਗਿਆ ਸੀ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ। ਹਾਂ, ਜਿਨ੍ਹਾਂ ਨੇ ਪ੍ਰੇਮ ਪੈਦਾ ਕਰ ਲਿਆ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਿਲ ਗਿਆ। ਆਖੋ ਸਤਨਾਮ। ਪੌੜੀ ਦਾ ਅਰਥ ਵਾਰ ਵੀ ਹੁੰਦਾ ਪਿਆਰਿਓ। ਦੁਆਦਸੀ ਦਾਨ ਨਾਮ ਇਸਨਾਨ। ਗੁਰਬਾਣੀ ਵਿੱਚ ਸ਼ਬਦ ਇਕਾਦਸ਼ੀ ਵੀ ਆਇਆ ਹੈ, ਦੁਆਦਸੀ ਵੀ ਆਇਆ, ਤਰੌਦਸੀ ਵੀ ਆਇਆ ਹੈ। ਅੱਜ ਜਿਹੜਾ ਸ਼ਬਦ ਦੁਆਦਸੀ ਆਪਾਂ ਪੜ੍ਹਦੇ ਹਾਂ, ਇਹਦਾ ਲਫ਼ਜ਼ੀ ਅਰਥ ਬਣਦਾ 2 + 10। ਮਤਲਬ ਇਹ 12 ਥਿੱਤਾਂ। ਦਾਨ ਦਾ ਅਰਥ ਹੁੰਦਾ ਦਾਨ ਦੇਣਾ,
ਨਾਮ ਦਾ ਅਰਥ ਹੁੰਦਾ ਵਾਹਿਗੁਰੂ ਦਾ ਨਾਮ ਜਪਣਾ, ਇਸ਼ਨਾਨ ਦਾ ਅਰਥ ਹੁੰਦਾ ਇਸ਼ਨਾਨ ਕਰਨਾ। ਸੁਣੋ ਬੇਨਤੀ, ਮੈਂ ਇੱਕ ਇੱਕ ਗੱਲ ਦਾ ਅਰਥ ਕਲੀਅਰ ਕਰ ਰਿਹਾ ਸਮੇਂ ਦੇ ਮੁਤਾਬਿਕ। ਦਾਨ ਆਪਾਂ ਸਾਰੇ ਦਿੰਦੇ ਆ, ਤੇ ਤੁਹਾਡੀ ਸ਼ਰਧਾ ਭੰਗ ਨਹੀਂ ਹੋਣੀ ਚਾਹੀਦੀ। ਮਹਾਰਾਜ ਤੁਹਾਡੇ ਤੇ ਕਿਰਪਾ ਕਰੇ, ਤੁਹਾਨੂੰ ਦੁੱਧ ਵੀ ਦੇਵੇ, ਤੁਹਾਨੂੰ ਪੁੱਤਾਂ ਦੀਆਂ ਦਾਤਾਂ ਵੀ ਦੇਵੇ, ਤੁਹਾਡੇ ਕਾਰੋਬਾਰਾਂ ਵਿੱਚ ਵਾਧੇ ਵੀ ਕਰਨ, ਤੁਹਾਡੀ ਚੜ੍ਹਦੀ ਕਲਾ ਹੋਵੇ। ਸੰਗਤ ਜੀ ਧਿਆਨ ਦੇਵੋ, ਦਾਨ ਬੜੇ ਤਰ੍ਹਾਂ ਦਾ ਹੈ। ਗੁਰੂ ਨੂੰ ਆ ਕੇ ਆਪਾਂ ਦਸਵੰਧ ਕੱਢਿਆ, ਇਹ ਵੀ ਦਾਨ ਹੈ। ਗੁਰੂ ਕੇ ਵਜ਼ੀਰ ਨੂੰ ਸਿੰਘ ਸਾਹਿਬ ਜੀ ਨੂੰ ਪਿਆਰ ਨਾਲ ਕਿਹਾ, ਮਾਣਯੋਗ ਸਿੰਘ ਸਾਹਿਬ ਜੀ, ਸੱਚੇ ਪਾਤਸ਼ਾਹ ਜੀ ਦੇ ਅੰਗਾਂ ਨੂੰ ਇਹ ਸ਼ੋਭਨੀਕ ਕਰੋ, ਰਮਾਲਾ ਸਭ ਗੁਰੂ ਜੀ ਨੂੰ ਭੇਟਾ ਕੀਤਾ ਗਿਆ ਹੈ। ਮਹਾਰਾਜ ਜੀ ਦੇ ਸੋਹਣੇ ਵਸਤਰ, ਇਹ ਵੀ ਦਾਨ ਹੈ। ਗੁਰੂ ਨੂੰ ਆ ਕੇ ਫੁੱਲਾਂ ਦਾ ਹਾਰ ਭੇਟਾ ਕੀਤਾ, ਇਹ ਵੀ ਦਾਨ ਹੈ। ਭੁੱਖੇ ਨੂੰ ਪ੍ਰਸ਼ਾਦਾ ਦੇ ਦਿੱਤਾ, ਪਿਆਸੇ ਨੂੰ ਪਾਣੀ ਦੀ ਬੂੰਦ ਦੇ ਦਿੱਤੀ। ਜੇ ਕਿਸੇ ਨੇ ਤਨ 'ਤੇ ਕੱਪੜਾ ਨਹੀਂ ਪਾਇਆ, ਉਹ ਤਨ ਢੱਕਣ ਵਾਸਤੇ, ਸਰੀਰ ਢੱਕਣ ਵਾਸਤੇ ਕਹਿਣ ਲੱਗੇ ਕੱਪੜਾ ਦੇ ਦਿੱਤਾ। ਪਿਆਰਿਓ, ਇਹ ਵੀ ਦਾਨ ਹੈ। ਪਰ ਯਾਦ ਰੱਖਣਾ, ਸਾਨੂੰ ਗੁਰੂ ਵੀ ਦਾਨ ਦਿੰਦਾ। ਦਾਨਾ ਕੈ ਸਿਰ ਦਾਨ, ਮਾਝ ਕੀ ਵਾਰ 147 ਅੰਗ। ਕੱਲ੍ਹ ਗੁਰਦੁਆਰਾ ਨਾਨਕ ਪਿਆਓ ਸਾਹਿਬ ਬੇਨਤੀ ਕੀਤੀ ਸੀ, ਸੰਗਤ ਦੇ ਜੋੜੇ ਝਾੜਨ ਦੀ ਸੇਵਾ ਕੀਤੀ ਸੀ। ਅੱਜ ਤੁਹਾਡੇ ਗੁਰਮੁਖ ਪਿਆਰਿਓ ਝਾੜ ਰਹੇ ਆ, ਧਿਆਨ ਦੇਵੋ। ਮਾਰੇ ਕਹਿੰਦੇ ਦਾਨਾ ਕੈ ਸਿਰ ਦਾਨ, ਸਾਰਿਆਂ ਤੋਂ ਸ੍ਰੇਸ਼ਟ ਦਾਨ ਕਿਹੜਾ? ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ। ਤੇ ਜਦੋਂ ਹੁਣ ਸਮਾਪਤੀ ਬਾਅਦ ਆਪਾਂ ਅਰਦਾਸ ਕਰਨੀ ਹੈ ਨਾ ਗੁਰੂ ਦੇ ਅੱਗੇ, ਉਦੋਂ ਕਿਹੜੇ ਕਿਹੜੇ ਦਾਨਾਂ ਦਾ ਜ਼ਿਕਰ ਆਉਣਾ ਹੈ? ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਕੈ ਸਿਰ ਦਾਨ, ਨਾਮ ਦਾਨ। ਅੱਗੇ ਬਸ ਨਹੀਂ। ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ, ਇਹ ਦਾਨ ਹੈ। ਆਖੋ ਸਤਨਾਮ। ਪਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਦਾਨ ਵੀ ਗੁਰੂ ਨੂੰ ਦਿਆ ਕਰ, ਨਾਮ ਵੀ ਜਪਿਆ ਕਰ, ਇਸ਼ਨਾਨ ਵੀ ਕਰਿਆ ਕਰ। ਆਪਾਂ ਸੋਹਣੇ ਵਸਤਰ ਪਾ ਕੇ ਆ ਗਏ, ਸੋਹਣੇ ਕੱਪੜੇ ਪਾ ਕੇ ਆ ਗਏ। ਆ ਦਿੱਤਾ ਤਾਂ ਸਾਰਾ ਕੁਝ ਗੁਰੂ ਨੂੰ ਹੈ, ਗੁਰੂ ਨੇ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ। ਸਾਰਾ ਕੁਝ ਪਹਿਨਣ ਵਾਸਤੇ ਵੀ ਉਹ ਦੇ ਰਿਹਾ ਹੈ, ਖਾਣ ਵਾਸਤੇ ਵੀ ਉਹ ਦੇ ਰਿਹਾ ਹੈ। ਜੇ ਮਹਿਲ ਹੈ, ਬੰਗਲਾ, ਤਾਂ ਵੀ ਉਹਦਾ। ਜੇ ਕੱਚਾ ਘਰ ਮਕਾਨ ਹੈ, ਤਾਂ ਵੀ ਉਹਦਾ। ਜੇ 50 ਲੱਖ ਦੀ ਗੱਡੀ ਦੇ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਸਫ਼ਰ ਕਰਦਾ ਹੈ, ਤੇਰੇ ਕੋਲੇ ਮਾਇਆ ਧਨ ਦੌਲਤ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਗੁਰੂ ਦੀ ਕਿਰਪਾ ਹੈ। ਆਖੋ ਸਤਨਾਮ। ਜੇ ਤੈਨੂੰ ਸੱਚੇ ਸੋਹਣੇ ਸਤਿਗੁਰਾਂ ਨੇ ਰਾਜਾ ਬਣਾਇਆ, ਬਾਦਸ਼ਾਹ ਬਣਾਇਆ, ਤੈਨੂੰ ਸੁਲਤਾਨ ਬਣਾਇਆ, ਤੈਨੂੰ ਪਾਤਸ਼ਾਹੀ ਦੇ ਕੇ ਨਵਾਜਿਆ ਹੈ, ਤੇ ਕਦੇ ਗੁਰੂ ਦਾ ਵੀ ਧੰਨਵਾਦ ਕਰਿਆ ਕਰ। ਨਾਮ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਗੁਰੂ ਪਿਆਰਿਓ ਇੱਕ ਦਾ ਜਪਣਾ ਹੈ। ਹੁਣ ਨਾਮ ਹੈ ਕਿ ਇੱਕ ਓੰਕਾਰ, ਬਸ ਇਹਦੇ ਨਾਲ ਹੀ ਤੁਸੀਂ ਜੁੜ ਗਏ ਨਾ, ਤੁਹਾਡੀ ਸਾਰੀ ਗੱਲ ਬਣ ਗਈ। ਆ ਜਦੋਂ ਹੁਣ ਦਾਸ ਉੱਠੇਗਾ, ਤੁਸੀਂ ਜਦੋਂ ਦਾਸ ਨੂੰ ਘੇਰਿਆ, ਪੁੱਛਿਆ ਨਾ, ਕਈ ਵਾਰੀ ਮਨ ਦੇ ਵਿੱਚ ਸ਼ੰਕੇ ਆ ਜਾਂਦੇ, ਗੱਲ ਆ ਜਾਂਦੀ ਹੈ, ਗਿਆਨੀ ਜੀ ਤੁਸੀਂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਵਿਚਾਰ ਕਰਕੇ ਗਏ, ਤੁਹਾਡਾ ਧੰਨਵਾਦ। ਪਰ ਸਾਨੂੰ ਇਹ ਦੱਸੋ ਵੀ ਸਾਰੀ ਗੁਰਬਾਣੀ ਦਾ ਨਿਚੋੜ ਕੀ ਹੈ? ਸਾਰੀ ਗੁਰਬਾਣੀ ਦਾ ਸਾਰੰਸ਼ ਤੇ ਸਿੱਟਾ ਵਿਚਾਰ ਕੀ ਹੈ? ਹੁਣ ਇੱਕ ਅੰਗ ਤੋਂ ਲੈ ਕੇ 18, 10, 20, ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ, ਜਿਹਦੇ ਵਿੱਚ 6 ਗੁਰੂ ਸਾਹਿਬਾਨ ਵੀ ਮੌਜੂਦ ਹੈ, 15 ਭਗਤ ਵੀ ਮੌਜੂਦ ਹੈ, 11 ਭੱਟ ਵੀ ਮੌਜੂਦ ਹੈ, 3 ਗੁਰਸਿੱਖ ਵੀ ਮੌਜੂਦ ਹੈ, 35 ਮਹਾਂਪੁਰਸ਼ ਆਪਣੇ ਕੋਲ ਹੈ। ਜਦੋਂ ਹੁਣ ਇੰਨਿਆਂ ਨੂੰ ਜਪਿਆ ਤੇ ਥੋੜ੍ਹੇ ਸਮੇਂ ਦੇ ਵਿੱਚ ਬਹੁਤਾ ਲਾਹਾ ਪ੍ਰਾਪਤ ਇਹ ਕਰਨਾ, ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ, ਬੇਟਾ ਸਮਝ ਲੱਗ ਗਈ ਸਾਰੀ ਗੁਰਬਾਣੀ ਦਾ ਕੀ ਨਿਚੋੜ ਹੈ? ਮਹਾਰਾਜ ਕਹਿਣ ਲੱਗੇ, ਸਾਰੀ ਗੁਰਬਾਣੀ ਦਾ ਨਿਚੋੜ ਹੈ ਇੱਕ ਓੰਕਾਰ ਸਤਿਗੁਰ। ਬਸ ਇੱਥੇ ਗੱਲ ਹੈ। ਆ ਸਾਡੀ ਗੱਲ ਪੱਲੇ ਪੈ ਗਈ ਨਾ, ਤੇ ਸਾਡਾ ਜਨਮ ਵੀ ਸਫਲ ਹੋ ਜਾਣਾ, ਤੇ ਜਿਹੜਾ ਅੰਤਲਾ ਸਮਾਂ ਆਉਣਾ ਉਹ ਵੀ ਘੜੀ ਲੇਖੇ ਲੱਗ ਜਾਣੀ ਹੈ। ਪਰ ਨਾਮ ਜਪਿਆ ਕਰੋ, ਨਾਮ। ਤੇ ਮੈਂ ਕਹਿਣ ਤੋਂ ਗਰੇਜ ਨਹੀਂ ਕਰਦਾ ਹੁੰਦਾ, ਕਿਉਂਕਿ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੁਣਿਓ ਬੇਨਤੀ, ਜਿਹੜੇ ਨਾਮ ਹੈ ਨਾ, ਦੁਨੀਆ ਵਿੱਚ ਬੜੇ ਤਰ੍ਹਾਂ ਦੇ ਨਾਮ ਹੈ। ਕੋਈ ਕਹਿੰਦਾ ਜੀ ਮੈਂ ਨਾਮ ਉੱਥੋਂ ਲੈਣ ਗਿਆ, ਤੇ ਮੈਂ ਪੁੱਛਿਆ, ਮੈਂ ਕਿਹਾ ਵੀਰ ਜੀ ਕੀ ਕਰਦਾ? ਚਾਦਰ ਤੇਰੇ ਮੂੰਹ 'ਤੇ ਪਾਈ ਹੋਈ ਹੈ, ਮੂੰਹ ਸਿਰ ਤੇਰਾ ਢਕਿਆ ਹੋਇਆ ਹੈ, ਤੇ ਤੂੰ ਤਾਂ ਸੱਜਰੀ ਵਿਆਹੀ ਭੈਣ ਦੀ ਤਰ੍ਹਾਂ ਕਹਿਣ ਲੱਗੇ ਘੁੰਡ ਕੱਢ ਕੇ ਬੈਠਾ ਹੋਇਆ, ਤੇ ਇਹ ਕਾਰਨ ਕੀ? ਕਹਿੰਦਾ ਮੈਂ ਨਾਮ ਲੈ ਕੇ ਆਇਆ। ਹੱਦ ਹੋ ਗਈ ਵੀ ਜਿੱਥੇ ਘੁੰਡ ਕੱਢਣਾ, ਜਿੱਥੇ ਸਾਰਾ ਸਰੀਰ ਢਕਣਾ, ਉਹ ਨਾਮ ਹੈ?
ਆਹ ਨਾਮ ਹੈ ਜਿਹੜਾ ਸਾਡੇ ਸਾਹਮਣੇ ਪ੍ਰਗਟ ਹੋ ਰਿਹਾ ਤੇ ਹੋਇਆ ਵੀ ਹੈ ਤੇ ਹੋਣਾ ਵੀ ਹੈ। ਆਖੋ ਸਤਨਾਮ। ਕਿ ਸਾਨੂੰ ਗੁਰਬਾਣੀ ਕਹਿੰਦੀ ਹੈ ਵੀ ਤੂੰ ਸਿਰ ਮੂੰਹ ਸਿਰ ਢੱਕਿਆ ਕਰ, ਚੰਗੀ ਤਰ੍ਹਾਂ ਉੱਪਰ ਚਾਦਰ ਲਿਆ ਕਰ। ਉਹ ਮਹਾਰਾਜ ਤਾਂ ਕਹਿੰਦੇ ਪਿਆਰਿਆ ਜੀ ਚੌਂਕੜਾ ਨਹੀਂ ਵੱਜਦਾ ਤੇ ਤੁਰਦਾ ਫਿਰਦਾ ਹੀ ਉਹਨੂੰ ਜਪ ਲਿਆ ਕਰ। ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਕਹਿਣ ਲੱਗੇ ਹੱਸਦਿਆਂ ਖੇਡਦਿਆਂ ਵੀ ਰੱਬ ਨੂੰ ਪਾ ਸਕਦਾ ਹੈ। ਹਾਂ ਤੂੰ ਅੱਖਾਂ ਨਾਲ ਵੇਖ ਰਿਹਾ, ਤੇਰਾ ਧਿਆਨ ਪਰਮਾਤਮਾ ਵੱਲ ਹੋਵੇ, ਇਹ ਵੀ ਤੇਰਾ ਨਾਮ ਹੈ, ਇਹ ਵੀ ਤੇਰੀ ਅੱਠੇ ਪੈਰ ਦੀ ਸਮਾਧੀ ਹੈ। ਔਰ ਰੱਬ ਦੇ ਪਿਆਰਿਆ ਇਹ ਵੀ ਭਗਤੀ ਹੈ, ਇਹ ਵੀ ਨਾਮ ਹੈ, ਇਹ ਵੀ ਗੁਰੂ ਦੀ ਕਿਰਪਾ ਹੈ, ਇਹ ਵੀ ਰੱਬ ਦੇ ਘਰ ਦੇ ਵਿੱਚੋਂ ਸੋਹਣਾ ਵਾਜਾ ਆਇਆ ਹੈ। ਹੁਣ ਸਤਿਗੁਰ ਕਹਿਣ ਲੱਗੇ ਦਵਾਦਸੀ ਦਾਨ ਨਾਮ ਇਸ਼ਨਾਨ। ਇਸ਼ਨਾਨ ਵੀ ਦੋ ਪ੍ਰਕਾਰ ਦਾ ਹੈ। ਤਨ ਨੂੰ ਸਾਫ਼ ਕਰ ਲਿਆ, ਮਨ ਮੈਲੇ ਦਾ ਮੈਲਾ ਹੀ ਹੈ। ਆਖੋ ਸਤਨਾਮ। ਬਾਹਰੋਂ ਪਾਣੀ ਪਾਵੇਂਗਾ ਇਹ ਸਾਫ਼ ਹੋ ਜਾਣਾ ਹੈ। ਤੇ ਸਤਿਗੁਰੂ ਕਹਿਣ ਲੱਗੇ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਤੋਏ। ਉਹ ਤਾਂ ਗੱਲ ਕਰਕੇ ਸਰੀਰ ਦੇ ਅੰਗਾਂ ਦੀ। ਹੁਣ ਨਾਲ ਜਿਹੜਾ ਮਨ ਚੰਦਰਾ ਵਿੱਚ ਬੈਠਾ ਇਹਦੀ ਗੱਲ ਵੀ ਕਰਦੇ ਐ। ਭਰੀਐ ਮਤ ਪਾਪਾਂ ਕੈ। ਹਾਂ ਸੱਚੇ ਪਾਤਸ਼ਾਹ ਮਨ ਕਿਵੇਂ ਪਵਿੱਤਰ ਹੋਣਾ ਹੈ, ਮਨ ਸ਼ੁੱਧਤਾ ਵਿੱਚ ਕਿਵੇਂ ਆਉਣਾ ਹੈ, ਮਨ ਨਿਰਮਲਤਾਈ ਵਿੱਚ ਕਿਵੇਂ ਆਉਣਾ ਹੈ, ਮਨ ਮੈਲ ਤੋਂ ਰਹਿਤ ਕਿਵੇਂ ਹੋਵੇਗਾ, ਬੇਦਾਗ ਕਿਵੇਂ ਹੋਵੇਗਾ, ਦਾਗਾਂ ਤੋਂ ਇਹਦਾ ਖਹਿੜਾ ਕਿਵੇਂ ਛੁੱਟਣਾ ਹੈ। ਤੇ ਸਤਿਗੁਰ ਕਹਿਣ ਲੱਗੇ ਭਰੀਐ ਮਤ ਪਾਪਾਂ ਕੈ ਸੰਗ। ਹਾਂ ਪੜੋ ਉਹ ਧੋਪੈ ਨਾਵੈ ਕੈ। ਹਾਂ ਨਾਮ ਨੇ ਕਿਰਪਾ ਕਰਨੀ ਹੈ। ਇਸ਼ਨਾਨ ਦੋ ਪ੍ਰਕਾਰ ਦਾ ਹੁੰਦਾ ਤੇ ਦੋ ਪ੍ਰਕਾਰ ਦਾ ਜਿਹੜਾ ਇਸ਼ਨਾਨ ਕਰਿਆ ਕਰੋ। ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਅੱਗੇ ਦੱਸਦੇ ਹਰ ਕੀ ਭਗਤ ਕਰੋ ਤਜ ਮਾਨ। ਜਿਹੜਾ ਇੱਥੇ ਸ਼ਬਦ ਹਰ ਆਇਆ ਨਾ ਗੁਰੂ ਪਿਆਰਿਓ, ਇਹ ਜਿਹੜਾ ਸ਼ਬਦ ਹੈ ਪਰਮਾਤਮਾ ਵਾਲੇ ਪਾਸੇ ਚਲਾ ਗਿਆ। ਹਰ ਦਾ ਅਰਥ ਹੁੰਦਾ ਪਰਮਾਤਮਾ ਵਾਹਿਗੁਰੂ। ਅੱਛਾ ਪਰਮਾਤਮਾ ਨੂੰ ਹਰ ਕਿਉਂ ਕਿਹਾ ਗਿਆ ਹੈ, ਪਰਮਾਤਮਾ ਨੂੰ ਹਰੀ ਕਿਉਂ ਕਿਹਾ ਗਿਆ ਹੈ? ਕਦੇ ਵਾਚਿਆ ਆਪਾਂ? ਆ ਜਿੰਨੀ ਸਾਰੀ ਬਨਸਪਤੀ ਹੈ, ਤੁਸੀਂ ਪਾਰਕ ਵਿੱਚ ਜਾਂਦੇ ਹੋ, ਬਗੀਚੀ ਵਿੱਚ ਜਾਂਦੇ ਹੋ, ਫੁਲਵਾੜੀ ਵਿੱਚ ਜਾਂਦੇ ਹੋ, ਬਾਗ ਵਿੱਚ ਜਾਂਦੇ ਹੋ, ਕੀ ਤੁਸੀਂ ਆਪਣੇ ਅੱਖਾਂ ਦੇ ਨਾਲ ਹਰਿਆਵਲ ਤਾਂ ਨਹੀਂ ਵੇਖਦੇ? ਕੀ ਤੁਸੀਂ ਆਪਣੇ ਅੱਖਾਂ ਦੇ ਨਾਲ ਹਰਿਆਲੀ ਨਹੀਂ ਦੇਖਦੇ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਸ਼ਬਦ ਤਾਂ ਆਇਆ ਵੀ ਜੇ ਬਾਹਰੋਂ ਹਰਿਆਵਲਤਾ ਦੇ ਨਾਲ ਤੇਰਾ ਮਨ ਮੋਹਿਆ ਜਾਂਦਾ ਹੈ ਤੇ ਗੁਰੂ ਕੀ ਸਿੱਖਾ ਤੇਰੇ ਹਿਰਦੇ ਵਿੱਚ ਵੀ ਹਰਿਆਵਲ ਗੁਰੂ ਪੈਦਾ ਕਰਦਾ ਨਾਮ ਦੀ। ਆਖੋ ਸਤਨਾਮ। ਇਹ ਸਾਡੇ ਅੰਦਰ ਖੁਸ਼ਹਾਲੀ ਪੈਦਾ ਕਰਦਾ ਹੈ, ਸਾਡੇ ਅੰਦਰ ਪ੍ਰਸੰਨਤਾ ਪੈਦਾ ਕਰਦਾ ਹੈ, ਸਾਡੇ ਅੰਦਰ ਉਹੋ ਜਿਹਾ ਵਾਤਾਵਰਨ ਬਣਾਉਂਦਾ, ਮਾਹੌਲ ਸਿਰਜਦਾ ਹੈ। ਪਰ ਜੇ ਬਾਹਰੋਂ ਹਰਿਆਲੀ ਵੇਖਦੇ ਨਾ ਦ੍ਰਿਸ਼ਟਮਾਨ, ਤੇ ਯਾਦ ਰੱਖਣ ਵਾਲੀ ਬਾਤ ਹੈ ਮਨ ਵਿੱਚ ਵੀ ਹਰਿਆਲੀ ਪੈਦਾ ਗੁਰੂ ਕਰਦਾ ਹੈ। ਕਰਾਇਆ ਕਰੋ। ਸਤਿਗੁਰੂ ਕਹਿਣ ਲੱਗੇ ਜਦੋਂ ਹਰੀ ਦੀ ਭਗਤੀ ਕੀਤੀ ਤੱਤੇ ਨੂੰ ਸਿਹਾਰੀ ਲੱਗੀ। ਇਹਦਾ ਅਰਥ ਹੁੰਦਾ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਪਰਮਾਤਮਾ ਦੀ ਵਡਿਆਈ ਕੀਤੀ। ਜੇ ਪਿਆਰਿਓ ਤੱਤੇ ਨੂੰ ਸਿਹਾਰੀ ਨੂੰ ਕੱਟ ਦਿੱਤਾ ਜਾਏ, ਭੱਬਾ ਗੱਗਾ ਤੇ ਤੱਤਾ ਤਿੰਨੇ ਅੱਖਰ ਮੁਕਤੇ ਆ ਜਾਣ, ਇਹਦਾ ਅਰਥ ਹੁੰਦਾ ਵੀ ਜਿਹੜੇ ਰੱਬ ਦੇ ਪਿਆਰੇ 15 ਭਗਤ ਹੋਏ ਐ। ਆਖੋ ਸਤਨਾਮ। ਆਪਾਂ ਪੜ੍ਹਦੇ ਨਾ ਤੇਰੇ ਭਗਤ ਭਲੇ ਰਹਿ ਰਸ ਦੇ ਵਿੱਚ ਪੜ੍ਹਦੇ ਆ। ਉਹ ਇਹ ਹੈ ਵੀ ਜਿਹੜੇ ਰੱਬ ਦੇ ਪਿਆਰੇ ਹੈ। ਅੱਛਾ ਭਗਤ ਦਾ ਅਰਥ ਕੀ ਹੁੰਦਾ? ਜਿਹੜਾ ਭੈ ਤੋਂ ਰਹਿਤ ਹੈ, ਜਿਹੜਾ ਗਮਾਂ ਤੋਂ ਰਹਿਤ ਹੈ, ਜਿਹੜਾ ਤੱਤੇ ਤਿਆਗ ਤੋਂ ਰਹਿਤ ਹੈ, ਇਹਨੂੰ ਭਗਤ ਕਿਹਾ ਗਿਆ ਹੈ। ਤੇ ਭਗਤੀ ਦਾ ਅਰਥ ਕੀ ਹੈ? ਸਾਰਾ ਕੁਝ ਛੱਡ ਕੇ ਤਨ ਮਨ ਧਨ ਸੌਂਪ ਗੁਰ ਕੋ ਹੁਕਮ ਮੰਨਿਆ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ। ਹਾਂ ਭਗਤੀ ਤਾਂ ਹੋਣੀ ਹੈ ਪਹਿਲਾਂ ਸਾਰਾ ਕੁਝ ਸਮਰਪਿਤ ਕਰ, ਸਰੈਂਡਰ ਕਰ। ਪ੍ਰਿੰਸੀਪਲ ਤੇਰੇ ਕੋਲੇ ਹੋਣਾ ਚਾਹੀਦਾ ਹੈ। ਮਹਾਰਾਜ ਜੀ ਕਹਿਣ ਲੱਗੇ ਹਰੀ ਦੀ ਭਗਤੀ ਕੀਤੀ, ਹਰੀ ਦਾ ਜਸ ਗਾਇਆ। ਤਜ ਦਾ ਅਰਥ ਹੁੰਦਾ ਛੱਡ ਗਿਆ ਤੇ ਮਾਨ ਦਾ ਅਰਥ ਹੁੰਦਾ ਹੰਕਾਰ। ਮੇਰਾ ਪਿਆਰਿਓ ਸਮਾਂ ਲਿਹਾਜ਼ ਨਹੀਂ ਕਰਦਾ, ਇਹ ਭਜਦਾ ਜਾਂਦਾ, ਸੂਈ ਘੁੰਮਦੀ ਜਾਂਦੀ। ਇੱਧਰ ਧਿਆਨ ਦੇਵੋ। ਜਿਹੜਾ ਹੰਕਾਰ ਆ ਨਾ ਗੁਰਬਾਣੀ ਦੇ ਵਿੱਚ ਸਭ ਤੋਂ ਵੱਡਾ ਹੰਕਾਰੀ ਬੰਦੇ ਨੂੰ ਕਿਹਾ ਗਿਆ ਤੇ ਵਕਾਰੀ ਹਾਥੀ ਨੂੰ ਕਿਹਾ ਗਿਆ। 5 ਤਰ੍ਹਾਂ ਦੇ ਜਾਨਵਰ ਹੈ। ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਪੁੱਤਰਾ ਇਹਨਾਂ 5 ਜਾਨਵਰਾਂ ਦੇ ਵਿੱਚ ਨਾ ਇੱਕ ਔਗਣ ਹੈ
ਤੇ ਤੇਰੇ ਕੱਲੇ ਵਿੱਚ ਹੀ 5 ਹੈ। ਇਹ ਇੱਕ ਇੱਕ ਔਗਣ ਕਰਕੇ ਨਹੀਂ ਖਹਿੜਾ ਇਹਨਾਂ ਦਾ ਛੁੱਟਿਆ, ਤੇ ਤੇਰਾ ਖਹਿੜਾ ਕਿਵੇਂ ਛੁੱਟੇਗਾ? ਤੂੰ ਤਾਂ 5 ਔਗਣਾਂ ਦਾ ਧਾਰਨੀ। ਆਖੋ ਸਤਨਾਮ। ਮੱਛੀ ਦੇ ਵਿੱਚ ਔਗਣ ਕਿਹੜਾ? ਉਹਨੂੰ ਖਾਣ ਦਾ ਬੜਾ ਚਸਕਾ ਹੈ। ਭੌਰੇ ਨੂੰ ਚਸਕਾ ਕਿਹੜੀ ਗੱਲ ਦਾ? ਉਹਨੂੰ ਸੁੰਘਣ ਦਾ ਚਸਕਾ ਹੈ। ਜਿਹੜਾ ਕਹਿਣ ਲੱਗੇ ਪਤੰਗਾ, ਉਹਨੂੰ ਵੇਖਣ ਦਾ ਚਸਕਾ ਹੈ। ਹਾਥੀ ਨੂੰ ਵਕਾਰਾਂ ਦਾ ਚਸਕਾ ਹੈ। ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਉਹ ਵੀ ਮਾਰੇ ਗਏ ਆ 5 ਤਰ੍ਹਾਂ ਦੇ ਜਾਨਵਰ, ਇੱਕ ਇੱਕ ਔਗਣ ਕਰਕੇ। ਤੇਰੇ ਅੰਦਰ ਤਾਂ 5 ਤਰ੍ਹਾਂ ਦੇ ਬੈਠੇ, ਤੂੰ ਕਿਵੇਂ ਬਚੇਂਗਾ? ਤੂੰ ਕਿਵੇਂ ਬਚੇਂਗਾ ਭਾਈ? ਤੇਰਾ ਭਲਾ ਕਿਵੇਂ ਹੋਣਾ ਹੈ? ਇਸ ਕਰਕੇ ਜਿਹੜੀ ਹਉਮੈ ਈਗੋ ਹੈ ਇਹ ਛੱਡ ਦਿੱਤੀ ਜਾਵੇ। ਮਹਾਰਾਜ ਕਹਿੰਦੇ ਹਉ ਵਿੱਚ ਹੀ ਆਇਆ, ਹਉ ਵਿੱਚ ਹੀ ਜਾਵੇਂਗਾ, ਹਉ ਵਿੱਚ ਹੀ ਜੰਮਿਆ ਤੇ ਹਉ ਵਿੱਚ ਹੀ ਚਲਿਆ ਜਾਵੇਂਗਾ, ਮਰ ਜਾਵੇਂਗਾ, ਕੁਝ ਨਹੀਂ ਬਣਨਾ। ਗੁਰੂ ਗ੍ਰੰਥ ਸਾਹਿਬ ਵਾਰ-ਵਾਰ ਸਾਨੂੰ ਇੱਕ ਇੱਕ ਗੱਲ ਤੇ ਕਲੀਅਰ ਕੱਟ ਕਹਿ ਰਹੇ ਆ। ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਦਾ ਅਰਥ ਹੁੰਦਾ ਵਾਰੀ। ਇੱਥੇ ਜਿਹੜਾ ਸ਼ਬਦ ਗੋਬਿੰਦ ਆਇਆ ਪ੍ਰਮਾਣਾਂ ਦੇ ਵਿੱਚ, ਯਾਦ ਰੱਖਣਾ ਬਾਪੂ ਕਲਗੀਧਰ ਪਾਤਸ਼ਾਹ ਜੀ ਦਾ ਨਾਮ ਨਹੀਂ ਆਇਆ। ਹਾਂ, ਹਰਗੋਬਿੰਦ ਛੇਵੇਂ ਪਾਤਸ਼ਾਹ ਮਾਲਕ ਦਾ ਨਾਮ ਆਇਆ ਹੈ। ਆਖੋ ਸਤਨਾਮ। ਹਰਗੋਬਿੰਦ ਨਵਾਂ ਨਰੋਆ। ਸੁਣਿਓ ਬੇਨਤੀ, ਮਹਾਰਾਜ ਕਹਿੰਦੇ ਇਹ ਹੰਕਾਰ ਤਾਂ ਪਾਸੇ ਹੋਣਾ, ਇਹ ਮੈਂ ਮੇਰੀ ਤਾਂ ਪਾਸੇ ਹੋਣੀ। ਮਹਾਰਾਜ ਕਹਿੰਦੇ ਹੰਕਾਰ ਕਿਹੜੀ ਗੱਲ ਦਾ ਕਰਦਾ ਹੈ? 12 ਯੋਜਨ ਕਹਿਣ ਲੱਗੇ ਜਿਹੜਾ ਦੁਰਯੋਧਨ ਸੀ ਨਾ, ਜਦੋਂ ਆਪਣੇ ਮਹਿਲ ਤੋਂ ਸਿੰਘਾਸਨ ਤੋਂ ਉੱਠਦਾ ਹੁੰਦਾ ਸੀ, ਉਹਦੇ ਜਿਹੜੇ ਵੱਡੇ ਅਹਿਲਕਾਰ ਮੰਤਰੀ ਸੰਤਰੀ ਸੀ 12 ਯੋਜਨ, ਕਹਿਣ ਲੱਗੇ 72 ਮੀਲਾਂ ਤੇ ਜਾ ਕੇ ਤੰਬੂ ਲਾ ਕੇ ਉਹ ਚੰਦੋਏ ਲਾ ਕੇ ਖੜ ਜਾਂਦੇ ਹੁੰਦੇ ਸੀ, ਕਿਉਂ ਵੀ ਇਹਨੇ ਲੰਘਣਾ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਜਦੋਂ ਉਹ ਦੁਨੀਆ ਤੋਂ ਚਲਾ ਗਿਆ ਨਾ ਤੇ ਗਿਰਜਾਂ ਤੋਂ ਮਾਸ ਵੀ ਨਹੀਂ ਖਾਧਾ ਗਿਆ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ। ਉਹ 12 ਯੋਜਨ ਛਤਰ ਚਲੇ ਥਾ ਦੇਹੀ ਗਿਰਜਨ ਨਾ ਖਾਈ। ਜੇ ਹੁਣ ਐਡੇ ਵੱਡੇ ਜਿਹੜੇ ਲੋਕ ਸੀ, ਮਾਰੇ ਕਹਿੰਦੇ ਉਹ ਹੰਕਾਰ ਦੇ ਵਿੱਚ ਮਾਰੇ ਗਏ ਐ। ਤੇਰੇ ਅੰਦਰ ਕਿਤੇ ਕਿਣਕਾ ਵੀ ਹਉਮੈ ਦਾ ਆ ਗਿਆ ਨਾ ਤੇ ਬਚਣਾ ਤੂੰ ਵੀ ਨਹੀਂ। ਆਖੋ ਸਤਨਾਮ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਐ? ਤੂੰ ਦੇ ਨਾਲ ਜਪ, ਤੂੰ ਦੇ ਨਾਲ ਜੁੜ। ਤੇ ਤੁਸੀਂ ਕਹੋਗੇ ਗਿਆਨੀ ਜੀ ਪੜ੍ਹੇ ਲਿਖੇ ਐ, ਚੰਗੀ ਸੋਹਣੀ ਵਿਚਾਰ ਕਰ ਰਹੇ, ਸਮਝ ਲੱਗ ਰਹੀ ਹੈ, ਪਰ ਪਤਾ ਨਹੀਂ ਕੀ ਗੱਲ ਆ ਵੀ ਭਾਈ ਸਾਹਿਬ ਤਾਂ ਇੱਕ ਭਾਸ਼ਾ ਦੀ ਤੋਹੀਨ ਕਰ ਰਹੇ ਆ, ਭਾਸ਼ਾ ਦੀ ਤਮੀਜ਼ ਵੀ ਇਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ। ਲਾਈਵ ਟੈਲੀਕਾਸਟ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਚੱਲ ਰਹੇ ਆ। ਮੈਂ ਤੁਹਾਨੂੰ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਸੰਕੇਤ ਦੇਣੇ ਆ, ਆਪਣੇ ਕੋਲੋਂ ਨਹੀਂ, ਟਾਈਮ ਪਾਸ ਨਹੀਂ ਕਰ ਰਹੇ, ਟੋਟਕੇ ਨਹੀਂ ਗੰਢ ਰਹੇ ਆ। ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਜਿਹੜਾ ਪਰਮਾਤਮਾ ਹੈ ਉਹਨੂੰ ਜਪਾਂਗੇ, ਉਹ ਤੂੰ ਨਾਲ ਜੋੜਦਾ ਹੈ। ਤੂੰ ਇੱਕ ਵਚਨ ਹੈ ਤੇ ਆਪਾਂ ਕਹਿੰਦੇ ਆ ਆਓ ਵੀਰ ਜੀ ਤੁਸੀਂ ਕਦੋਂ ਆਏ ਹੋ, ਇਹ ਬਹੁ ਵਚਨ ਹੈ, ਕਿਉਂਕਿ ਤੁਸੀਂ ਦਾ ਅਰਥ ਹੁੰਦਾ ਬਹੁਤੇ ਤੇ ਤੂੰ ਦਾ ਅਰਥ ਹੁੰਦਾ ਇੱਕ। ਲੈ ਭਗਤ ਕਬੀਰ ਸਾਹਿਬ ਨੇ ਕਿਹਾ ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਹੈ ਮੇਰਾ ਮਾਤਾ, ਤੂੰ ਹੈ ਮੇਰਾ ਪਿਤਾ। ਗੱਲ ਤੂੰ ਦੇ ਹੀ ਆ। ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸਰੂਪ ਦੇ ਵਿੱਚ ਤੁਸੀਂ ਸ਼ਬਦ ਆਇਆ ਹੀ ਕੋਈ ਨਹੀਂ। ਆਖੋ ਸਤਨਾਮ। ਤੁਸੀਂ ਸਹਿਜ ਪਾਠ ਵੀ ਤੁਸੀਂ ਸ਼ਬਦ ਨਹੀਂ ਆਇਆ, ਤੂੰ ਆਇਆ, ਕਰਤਾ ਆਇਆ, ਕਰਤਾਰ ਆਇਆ। ਆਖੋ ਸਤਨਾਮ। ਜਾਂ ਆਪਾਂ ਪੜ੍ਹਦੇ ਹਾਂ ਸੋਦਰ ਦੇ ਵਿੱਚ ਬਚਨ ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਉਹ ਵੀ ਅਰਥ ਤੂੰ ਦਾ ਹੈ। ਤੂੰ ਦਾ ਅਰਥ ਹੁੰਦਾ ਵੀ ਮੈਂ ਤੋਂ ਬਾਹਰ ਹੋ ਜਾਣਾ ਤੇ ਰੱਬ ਨਾਲ ਜੁੜ ਜਾਣਾ। ਮੈਂ ਦਾ ਅਰਥ ਹੋ ਗਿਆ ਵੀ ਆਪਣਾ ਜਿਹੜਾ ਜੀਵਨ ਹੈ ਬਰਬਾਦੀ ਵਿੱਚ ਕਰਕੇ ਚਲੇ ਜਾਣਾ। ਆਖੋ ਸਤਨਾਮ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ। ਹਾਂ, ਕਿਤੇ ਨਾ ਕਾਮ ਉਹ ਮੈਂ ਮੇਰੀ ਵਿੱਚ ਕੰਮ ਕਰ ਰਹੀ ਹੈ। ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮਾਨਯੋਗ ਦਾਦਾ ਜੀ ਕਹਿੰਦੇ ਕੰਮ ਨਹੀਂ ਆਉਣੇ, ਦੋ ਗੱਲਾਂ ਕੰਮ ਆਉਣੀਆਂ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਤੇ ਕੇਵਲ ਇੱਕ ਪਰਮਾਤਮਾ ਨੂੰ ਜਪ। ਹਾਰੇ ਅੰਮ੍ਰਿਤ ਪਾਨ ਕਰੋ ਸਾਧ ਸੰਗ। ਅੰਮ੍ਰਿਤ ਵੀ ਬੜੇ ਪ੍ਰਕਾਰ ਦਾ ਹੈ। ਜਿਸ ਬਾਪੂ ਨੇ ਆ ਦਿੱਲੀ ਦੀ ਧਰਤੀ ਤੇ ਆ ਕੇ ਆਪਣੇ ਸੀਸ ਦਾ ਬਲੀਦਾਨ ਦਿੱਤਾ, ਔਰੰਗਜ਼ੇਬ ਬਾਦਸ਼ਾਹ ਦੇ ਸਿਰ ਤੇ ਆ ਕੇ ਸਰੀਰ ਦਾ ਠੀਕਰਾ ਭੰਨਿਆ। ਮੇਰੀ ਬੇਨਤੀ ਸੁਣਿਓ ਪਿਆਰਿਓ, ਆ ਜਿਹੜਾ ਸਾਹਮਣੇ ਜਗ੍ਹਾ ਨਾ, ਸਾਹਮਣੇ ਗੁਰਦੁਆਰਾ ਸੀਸਗੰਜ ਦੇ ਸਾਹਮਣੇ, ਇੱਥੋਂ ਫਤਵੇ ਜਾਰੀ ਹੋਏ ਹੈ। ਮੈਂ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਣਾ,
ਅੱਖਰੀ ਅਰਥ ਦੇ ਮੈਂ ਹੁਣ ਸ਼ਬਦ ਦੇ ਕਰਨੇ, ਸਮਾਂ ਦੌੜ ਗਿਆ। ਧਿਆਨ ਦੇਵੋ, ਇੱਥੇ ਜਿਹੜਾ ਇਹਦਾ ਇੱਕ ਪੱਥਰ ਦੇ ਰੂਪ ਦੇ ਵਿੱਚ ਇਹਦਾ ਤਖਤ ਸੀ ਨਾ, ਇਹਦਾ ਔਰੰਗਜ਼ੇਬ ਦਾ, ਬਾਦਸ਼ਾਹ ਦਾ, ਉਹ ਅੱਜ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਜਿਹੜਾ ਬੁੰਗਾ ਬਣਿਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉੱਥੇ ਪਿਆ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਔਰੰਗਜ਼ੇਬ ਦਾ ਜਿਹੜਾ ਫਤਵਾ ਜਾਰੀ ਕਰਦਾ ਹੁੰਦਾ ਸੀ। ਜਕਾਰਾ ਦਿਓ। ਔਰੰਗਜ਼ੇਬ ਦਾ ਜਿਹੜਾ ਸਿੰਘਾਸਨ ਫਤਵੇ ਜਾਰੀ ਕਰਦਾ ਹੁੰਦਾ ਸੀ, ਮੈਂ ਜਜ਼ਬਾਤੀ ਨਹੀਂ ਕਹਿ ਰਿਹਾ, ਮੈਂ ਦਿਲ ਦੇ ਦਰਦ ਦੇ ਵਿੱਚੋਂ ਕਹਿ ਰਿਹਾ। ਬੱਚਿਆਂ ਨੂੰ ਸ਼ਹੀਦ ਕਰਨ ਦਾ ਹੁਕਮ ਇੱਥੋਂ ਹੀ ਹੋਇਆ ਸੀ। ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਓ, ਪਾਣੀ ਰੋਟੀ ਪਾਣੀ ਦੀ ਬੂੰਦ ਨਹੀਂ ਅੰਦਰ ਜਾਣੀ, ਚਾਹ ਦੀ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਗਿਆ। ਇੰਨਾ ਭਿਆਨਕ ਉਹ ਸਮਾਂ ਇਹਨੇ ਦਿੱਤਾ, ਪਰ ਅੱਜ ਉਹ ਵੀ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਬੈਠਾ ਹੋਇਆ ਹੈ। ਐਡੀ ਸੁਪਰੀਮ ਪਾਵਰ ਦਾ ਮਾਲਕ ਹੈ ਇਹ। ਜੇ ਚਾਹੇ ਰਾਜੇ ਤੋਂ ਕੰਗਾਲ ਵੀ ਕਰ ਦਿੰਦਾ ਹੈ, ਤੇ ਜੇ ਚਾਹੇ ਨਾ ਨਦਰ ਉਪੱਠੀ ਜੇ ਕਰੇ ਸੁਲਤਾਨਾ, ਘਾਉ ਨਾ ਕਰਾਏ, ਘਾਉ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ। ਇਹ ਭਿੱਖਿਆ ਵੀ ਕੋਈ ਨਹੀਂ ਮੰਗਣ ਦਿੰਦਾ। ਆਖੋ ਸਤਨਾਮ। ਇਹ ਮੰਗਤੇ ਤੋਂ ਭੈੜਾ ਬਣਾ ਦਿੰਦਾ, ਗਲੀਆਂ ਵਿੱਚ ਕੱਖ ਰੋਲਦੇ ਆ ਉਹਦੇ ਤੋਂ ਵੀ ਭੈੜਾ ਬਣਾ ਦਿੰਦਾ। ਰਹੋ ਵਿਚਾਰ, ਜਦੋਂ ਸਤਿਗੁਰਾਂ ਨੇ ਸੀਸ ਦਾ ਬਲੀਦਾਨ ਦਿੱਤਾ ਤੇ 22 ਸਾਲ ਪਹਿਲਾਂ ਜਿਹੜੀ ਸਾਨੂੰ ਖੰਡੇ ਬਾਟੀ ਦੀ ਪੌਲ ਮਿਲੀ ਹੈ ਨਾ, ਦਾਸ ਨੂੰ ਤੇ ਤੁਹਾਨੂੰ ਤੇ ਲਿਆ ਵੀ ਕਰੋ, ਅੰਮ੍ਰਿਤ ਛਕਿਆ ਕਰੋ, ਸਿੰਘ ਸਜੋ, ਉਹ 22 ਸਾਲ ਪਹਿਲਾਂ ਸਾਈ ਆਈ ਹੈ ਦਿੱਲੀ ਦੀ ਧਰਤੀ ਤੇ। ਆਖੋ ਸਤਨਾਮ। 22 ਸਾਲ ਪਹਿਲਾਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਨੂੰ ਤੋਰ ਦਿੱਤਾ ਸੀ। ਐਡੀ ਵੱਡੀ ਇਹ ਗੱਲ ਹੈ ਅੰਮ੍ਰਿਤ ਦੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਜਿਹੜਾ ਅੰਮ੍ਰਿਤ ਪੀਂਦਾ ਸਰੀਰ ਕਰਕੇ ਦੁਨੀਆ ਤੋਂ ਜਾਂਦਾ ਹੈ, ਪਰ ਆਪਣੀ ਕੁਰਬਾਨੀ ਕਰਕੇ, ਕਹਿਣੀ ਕਰਨੀ ਦਾ ਕਰਕੇ, ਉਹ ਆਪਣਾ ਜੀਵਨ ਕਰਕੇ ਦੁਨੀਆ ਦੇ ਵਿੱਚ ਹੀ ਰਹਿੰਦਾ। ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਵਿੱਚ ਤੇ ਖਾਲਸੇ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਹੈ। ਆਖੋ ਸਤਨਾਮ। 36 ਪ੍ਰਕਾਰ ਦੇ ਜਿਹੜੇ ਭੋਜਨ ਖਾਂਦੇ ਆ ਉਹ ਵੀ ਅੰਮ੍ਰਿਤ ਹੈ। ਮੱਝ ਦਾ ਦੁੱਧ ਪੀਦਾ, ਗਾਂ ਦਾ ਦੁੱਧ ਪੀਦਾ, ਉਹ ਵੀ ਅੰਮ੍ਰਿਤ ਹੈ। ਆ ਜਿਹੜਾ ਨਾਮ ਆਪਾਂ ਜਪ ਰਹੇ ਹਾਂ ਇਹ ਵੀ ਅੰਮ੍ਰਿਤ ਹੈ। ਗੁਰੂ ਸਾਹਿਬ ਕਹਿਣ ਲੱਗੇ ਹਰ ਅੰਮ੍ਰਿਤ ਪਾਨ। ਪਾਨ ਦਾ ਅਰਥ ਆ ਵੀ ਇਹਨੂੰ ਪੀਆ ਵੀ ਕਰ। ਕਰੋ ਸਾਧ ਸੰਗ। ਸਾਧ ਸੰਗਤ ਦਾ ਅਰਥ ਹੁੰਦਾ ਸੰਗਤ ਵਿੱਚ ਜਾਇਆ ਕਰ, ਗੁਰੂ ਕੀ ਵਡਿਆਈ ਕਰਿਆ ਕਰ, ਗੁਰੂ ਦੀ ਸਿਫਤ ਸਲਾਹ ਕਰਿਆ ਕਰ, ਗੁਰੂ ਦਾ ਅਦਬ ਕਰਿਆ ਕਰ, ਗੁਰੂ ਦੀ ਰਿਸਪੈਕਟ ਕਰਿਆ ਕਰ। ਤੇ ਗੁਰਮੁਖ ਪਿਆਰਿਆ, ਸਾਧ ਸੰਗ ਕਰੇਗਾ ਨਾ ਤੇ ਮਹਾਰਾਜ ਜੀ ਕਹਿਣ ਲੱਗੇ 84 ਤੋਂ ਬਾਹਰ ਆ ਜਾਵੇਗਾ। ਆਖੋ ਸਤਨਾਮ। ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ। ਸਤ ਸੰਗ ਕੀਤੀ ਨਾਮ ਜਪਿਆ, ਦੁਰਮਤ ਛੱਡੀ ਹਰੀ ਦੀ ਸੇਵਾ ਕੀਤੀ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਮਨ ਰੱਜ ਗਿਆ ਹੈ, ਮਨ ਤ੍ਰਿਪਤ ਹੋ ਗਿਆ ਹੈ। ਜਿਨ ਭੁੱਖਾਂ ਸਭ ਗਵਾਈਆਂ, ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹੀ, ਨਾ ਰਜੋ ਦੀ, ਨਾ ਤਮੋ ਦੀ, ਨਾ ਸਤੋ ਦੀ, ਨਾ 1 ਰੁਪਈਏ ਦੀ, ਨਾ ਅਰਬਾਂ ਖਰਬਾਂ ਦੀ, ਕੋਈ ਚੀਜ਼ ਦੀ ਮੰਗ ਰਹਿ ਨਹੀਂ ਗਈ। ਇਹ ਤਿੰਨੇ ਦੀਆਂ ਤਿੰਨੇ ਚੀਜ਼ਾਂ ਦੌਲਤਾ ਦਾਈ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਉਂਦੇ ਸਾਰੀ ਦੇ ਦਿੱਤੀਆਂ ਸੀ। ਭੁੱਖ ਮਿਟ ਗਈ ਸੀ। ਆਖੋ ਸਤਨਾਮ। ਸਾਡੀ ਭੁੱਖ ਵੀ ਗੁਰੂ ਖਤਮ ਕਰਦਾ ਹੈ। ਤੇ ਗੁਰਮੁਖ ਪਿਆਰਿਓ, ਕੋਮਲ ਬਾਣੀ ਸਭ ਕੋ ਸੰਤੋਖ ਹੈ। ਇੱਕ ਹੁੰਦਾ ਸਤ, ਇੱਕ ਹੁੰਦਾ ਸੰਤੋਖ। ਸੰਤੋਖ ਦਾ ਅਰਥ ਹੁੰਦਾ ਜਿਹੜੇ ਬੰਦੇ ਦੀ ਕੋਈ ਲਾਲਸਾ ਨਹੀਂ, ਕੋਈ ਉਹਦੀ ਮੰਗ ਨਹੀਂ, ਕੋਈ ਮੁਰਾਦ ਨਹੀਂ, ਕੋਈ ਇੱਛਾ ਨਹੀਂ। ਉਹਨੇ ਆ ਕੇ ਗੁਰੂ ਕੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੈਨੂੰ ਤੇਰੇ ਘਰ ਦੇ ਵਿੱਚੋਂ ਨਾਮ ਚਾਹੀਦਾ, ਤੇਰੇ ਘਰ ਦੇ ਵਿੱਚੋਂ ਇਸ਼ਨਾਨ ਚਾਹੀਦਾ। ਲੈ 2 ਦਾਤਾ ਮੰਗ ਲਓ, ਸਾਰਾ ਕੁਝ ਹੀ ਨਾਲ ਦੇ ਦੇਗਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ, ਹਾਰ ਦੇਂਦੇ ਟੋਟ ਨਾ ਆਵੇ ਅਗਣਤ ਭਰੇ। ਇਹ ਜੇ ਦੇਣ ਤੇ ਆਵੇ, ਜੇ ਸਾਨੂੰ ਇੰਨਾ ਮਨ ਦੇ ਵਿੱਚ ਪਸੰਦ ਕਰੇ, ਸਾਡੇ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ, ਤੇ ਦੀਨ ਦੁਨੀ ਦੇ ਮਾਲਕ ਕਹਿਣ ਲੱਗਿਆ ਫਿਰ ਇੰਨਾ ਰੱਬ ਦੇ ਦਿੰਦਾ ਗਿਣਤੀ ਨਹੀਂ ਹੋ ਸਕਦੀ। ਆਖੋ ਸਤਨਾਮ। ਕੋਮਲ ਦਾ ਅਰਥ ਹੁੰਦਾ ਕੂਲੀ, ਕੂਲੀ ਦਾ ਅਰਥ ਹੁੰਦਾ ਮਿੱਠੀ, ਬਾਣੀ ਦਾ ਅਰਥ ਹੁੰਦਾ ਭਾਸ਼ਾ, ਬੋਲੀ ਤੇ ਵਿਚਾਰ। ਇੱਕ ਸੰਸਾਰੀ ਬੋਲੀ ਹੈ, ਇੱਕ ਨਿਰੰਕਾਰੀ ਬੋਲੀ ਹੈ। ਪੰਜ ਪੂਆਤਮਾ ਹਰ ਨਾਮ ਰਸ ਪੋਖੈ। ਪੰਜ ਸਾਡੇ ਅੰਦਰ ਗੁਰਮੁਖ ਪਿਆਰਿਓ, ਆਪਾਂ ਕਹਿੰਦੇ ਆ 5 ਤੱਤ ਹੈ, ਤੇ 5 ਤੱਤਾਂ ਦੇ ਰਸ ਵੀ ਹੈ, ਤੇ 5 ਤੱਤਾਂ ਦੇ ਵਿੱਚ ਭੂ ਆਤਮਾ ਵੀ ਬੈਠੀ ਹੋਈ ਹੈ। 5 ਤੱਤ ਕਿਹੜੇ? ਮਿੱਟੀ, ਹਵਾ, ਅੱਗ, ਆਕਾਸ਼, ਪਾਣੀ। ਇਹਦੇ 5 ਰਸ ਕਿਹੜੇ ਹੈ? ਜਲ ਰਸ, ਅਗਨੀ ਰੂਪ, ਪ੍ਰਿਥਵੀ, ਗੰਧ,
वायु हवा स्पर्श ते आकाश शब्द और ਇਹਦੇ ਵਿੱਚ ਜਿਹੜਾ ਪੰਜ ਭੂ ਆਤਮਾ ਉਹ ਹੈ ਇੱਕ ਮਨ। ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ ਪੰਜ ਭੂ ਆਤਮਾ ਹਰ ਨਾਮ ਰਸ ਭੁੱਖ ਹੈ। ਸਤਿਗੁਰੂ ਕਹਿਣ ਲੱਗੇ ਆਤਮਾ ਨੂੰ ਰਸ ਆ ਗਿਆ। ਆਤਮਾ ਕਿਹਦੇ ਨਾਲ ਮਿਲੇਗੀ? ਪਰਮਾਤਮਾ ਦੇ ਨਾਲ। ਆਤਮਾ ਦਾ ਮਿਲਾਪ ਕਿਹਦੇ ਨਾਲ ਆ ਗੁਰੂ ਪਿਆਰਿਓ? ਪਰਮਾਤਮਾ ਦੇ ਨਾਲ। ਪਰਮਾਤਮਾ ਦੇ ਵਿੱਚੋਂ ਨਿਕਲੀ ਹੈ ਤੇ ਪਰਮਾਤਮਾ ਵਿੱਚ ਚਲੀ ਜਾਣੀ ਹੈ। ਪੰਜਾਂ ਤੱਤਾਂ ਤੋਂ ਮਿੱਟੀ ਦਾ ਭਾਂਡਾ, ਮਿੱਟੀ ਦਾ ਪੁਤਲਾ, ਪਾਣੀ ਦਾ ਬੁਲਬੁਲਾ ਬਣਿਆ ਤੇ ਉਹਦੇ ਵਿੱਚ ਹੀ ਇਹਨੇ ਸਮਾ ਜਾਣਾ। ਆਖੋ ਸਤਨਾਮ। ਗੁਰ ਪੂਰੇ ਤੇ ਨਿਹ ਚੋ ਪਾਈਐ। ਨਿਹ ਚੋ ਦਾ ਅਰਥ ਹੁੰਦਾ ਯਕੀਨੀ ਤੌਰ ਤੇ। ਆਪਾਂ ਸ਼ਬਦ ਪੜ੍ਹਿਆ ਨਾ ਸੁਖਮਨੀ ਸਾਹਿਬ ਜੀ ਦਾ, ਉੱਥੇ ਸ਼ਬਦ ਬਹੁਵਚਨ ਵੀ ਆਇਆ, ਇੱਕ ਵਚਨ ਵੀ ਆਇਆ। ਮੈਂ ਸਮਾਪਤੀ ਕਰਾਂ, ਧਿਆਨ ਦੇਵੋ। ਬੜਾ ਤੁਸੀਂ ਗੁਰਮੁਖ ਪਿਆਰਿਓ ਇਕਾਗਰਤਾ ਬੜੀ ਬਣਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਭਾਗ ਲਾਉਣ, ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਚੜ੍ਹਦੀ ਕਲਾ ਵਾਲਾ ਤੁਹਾਡਾ ਜੀਵਨ ਹੋਵੇ। ਲੈ ਮੈਂ ਹੁਣ ਸਮਾਪਤੀ ਕਰਨ ਲੱਗਿਆ। ਮੇਰੇ ਦੋ ਗੁਰੂ ਸਾਹਿਬ ਜੀ ਦੇ ਅਖੀਰਲੇ ਬਚਨ ਰਹਿ ਗਏ, ਧਿਆਨ ਦੇਵੋ। ਆਪਾਂ ਪੜ੍ਹਦੇ 24 ਨੰਬਰ ਸ਼ਲੋਕ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ, 2 ਵਾਰੀ ਪੂਰਾ। ਨਾਨਕ ਪੂਰਾ ਪਾਇਆ 3 ਵਾਰੀ ਪੂਰਾ, ਪੂਰੇ ਕੇ ਗੁਣ। ਉੱਥੇ ਬਹੁ ਵਚਨ ਦੇ ਦਿੱਤਾ, ਪਹਿਲਾਂ ਇੱਕ ਵਚਨ ਦੀ ਗੱਲ ਕਰ ਰਹੇ ਹੈ। ਅੱਗੇ ਅਸ਼ਟਪਦੀ ਵਿੱਚ ਕਹਿ ਦਿੱਤਾ ਪੂਰੇ ਗੁਰ ਕਾ, ਹਾਂ ਸੁਨ ਪਦੇਸ ਪਾਰ ਬ੍ਰਹਮ, ਨਿਕਟ ਕਰ ਪੇਖ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਪੂਰੇ ਗੁਰੂ ਦੇ ਚਰਨਾਂ ਵਿੱਚ ਆਇਆ ਕਰ, ਇਹਦੇ ਤੇ ਯਕੀਨੀ ਤੌਰ ਤੇ ਭਰੋਸਾ ਰੱਖ। ਮਾਲਕਾ ਤੇਰੇ ਕੋਲੇ ਆਇਆ, ਤੇਰੀ ਮਰਜ਼ੀ ਹੈ, ਭਾਵੇਂ ਡਬੋ ਦੇਵੀਂ, ਭਾਵੇਂ ਤਾਰ ਦੀ ਤੇ ਭਾਵੇਂ ਮਾਰਦੀ। ਉਹ ਮਾਰਦਾ ਨਹੀਂ, ਇਹ ਮਾਰਦਿਆਂ ਨੂੰ ਵੀ ਰੱਖ ਲੈਂਦਾ ਹੈ। ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖੈ, ਮਿਰਤਕ ਕੋ ਜਵਾਲਨਹਾਰ ਭਲਾ ਕਰ ਦਿੰਦਾ ਹੈ। ਆਖੋ ਸਤਨਾਮ। ਇੱਕ ਆਪਾਂ ਸਾਰੇ ਪੜ੍ਹਦੇ ਹਾਂ ਵੀ ਅੰਤਲੇ ਬਚਨ। ਅੰਤਲੇ ਬਚਨ ਦਾ ਅਰਥ ਹੁੰਦਾ ਵੀ ਇਹਦੇ ਤੋਂ ਅੱਗੇ ਗੁਰਬਾਣੀ ਦੇ ਸ਼ਬਦ ਹੈ ਨਹੀਂ ਗੇ, ਮਤਲਬ ਵੀ ਇਹਦੇ ਤੋਂ ਅੱਗੇ ਆਪਾਂ ਗੁਰਬਾਣੀ ਪੜ੍ਹਨੀ ਕੋਈ ਨਹੀਂ, ਬਸ ਅੰਤਲਾ। ਨਹੀਂ ਨਹੀਂ ਨਹੀਂ, ਅੰਤ ਦਾ ਅਰਥ ਹੁੰਦਾ ਵੀ ਇਹਦੇ ਤੋਂ ਅੱਗੇ ਕੁਝ ਨਹੀਂ। ਅਖੀਰਲੇ ਦਾ ਅਰਥ ਹੁੰਦਾ ਵੀ ਇੱਥੇ ਸਮਾਪਤੀ ਹੋਈ ਹੈ, ਅੱਗੇ ਗੁਰੂ ਕੇ ਵਜ਼ੀਰਾਂ ਨੇ ਕੀਰਤਨ ਦੇ ਵਿੱਚ ਸ਼ਬਦ ਸ਼ੁਰੂ ਕਰਨੇ ਆ। ਆਖੋ ਸਤਨਾਮ। ਆਪਾਂ ਕਹਿੰਦੇ ਵੀ ਭਾਈ ਸਾਹਿਬ ਜੀ ਅੰਤਮ ਅਰਦਾਸ ਹੈ, ਅੰਤਲਾ ਸਮਾਂ। ਇਹ ਤੋਂ ਬਾਅਦ ਪਤਾ ਹੈ ਵੀ ਇਸ ਤੋਂ ਬਾਅਦ ਅੱਗੇ ਕੁਝ ਨਹੀਂ ਹੋਣਾ। ਇਹ ਮਾਲਕ, ਇਹ ਬੇਬੇ, ਇਹ ਬਾਪੂ ਸਾਡੇ ਘਰ ਵਿੱਚ ਨਹੀਂ ਆਉਣਾ। ਪਰ ਯਾਦ ਰੱਖਣਾ ਗੁਰੂ ਸਾਹਿਬ ਦੇ ਅੰਤਲੇ ਬਚਨ ਨਹੀਂ, ਗੁਰੂ ਸਾਹਿਬ ਜੀ ਦੇ ਅਖੀਰਲੇ ਬਚਨ ਕਹੇ ਜਾ ਸਕਦੇ ਹੈ। ਆਖੋ ਸਤਨਾਮ। ਨਾਨਕ ਰਾਮ ਰਮਤ ਫਿਰ ਜੋਣ ਨਾ ਆਈ ਹੈ। ਰਾਮ ਵੀ 2 ਸ਼ਬਦ ਆਏ ਹੈ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਉੱਥੇ ਰਾਮਚੰਦਰ ਭਗਵਾਨ ਦੀ ਗੱਲ ਕਰ ਗਏ। ਇੱਥੇ ਜਿਹੜਾ ਰਾਮ ਹੈ, ਜਿਹੜਾ ਸਾਰੇ ਪਾਸੇ ਰਮਿਆ ਹੋਇਆ ਹੈ, ਸਰਬ ਵਿਆਪਕ ਹੈ, ਪ੍ਰਕਾਸ਼ ਰੂਪ ਦੇ ਵਿੱਚ ਆਪ ਹੈ। ਆਖੋ ਸਤਨਾਮ। ਮਹਾਰਾਜ ਜੀ ਕਹਿਣ ਲੱਗੇ ਉਹਨੂੰ ਧਿਆਇਆ ਕਰੋ, ਜਪਿਆ ਕਰੋ, ਫਿਰ ਜੂਨਾ ਵਿੱਚ ਨਹੀਂ ਆਉਂਦੇ, ਕਿਉਂਕਿ ਉਹਦਾ ਨਾਮ ਹੀ ਅਜੂਨੀ ਹੈ। ਤੇ ਜੇ ਅਜੂਨੀ ਦੇ ਨਾਲ ਜੁੜ ਗਿਆ ਤੇ ਤੂੰ ਵੀ ਜੂਨਾ ਵਿੱਚ ਨਹੀਂ ਆਉਂਦਾ। ਸੋ ਕੱਲ੍ਹ ਨੂੰ ਜਿਹੜਾ ਦਿਨ ਹੈ ਉਹ ਆਪ ਜੀ ਨੂੰ ਪਤਾ ਹੀ ਹੈ। ਗੁਰਮੁਖ ਪਿਆਰਿਓ, ਦਾਸ ਜੈਪੁਰ ਤੋਂ ਆ ਰਿਹਾ ਸੀ ਵਾਪਸ ਪ੍ਰੋਗਰਾਮ ਕਰਕੇ, ਜਿੱਥੇ ਸੰਗਤ ਦੇਸ਼ਾਂ ਵਿਦੇਸ਼ਾਂ ਵਿੱਚ ਪਿਆਰ ਕਰਦੀ ਹੈ, ਤੁਹਾਡੇ ਜੋੜੇ ਝਾੜਨ ਦੀ ਸੇਵਾ ਕਰਦੇ ਰਹੀਦਾ। 1 ਮਿੰਟ ਮੈਂ ਆਪ ਜੀ ਦਾ ਲੈਣਾ, ਉਸ ਤੋਂ ਬਾਅਦ ਮੈਂ ਸਮਾਪਤੀ ਕਰਨੀ ਹੈ। ਕਿ ਆਪਾਂ ਪੜ੍ਹਿਆ ਵੀ ਘਰ ਘਰ ਤਿਰੰਗਾ। ਮੈਂ ਕੰਡੈਮ ਨਹੀਂ ਕਰ ਰਿਹਾ ਹੈਗਾ, ਸਾਡਾ ਦੇਸ਼ ਹੈ, ਪਰ ਘਰ ਘਰ ਗੁਰਬਾਣੀ ਦਾ ਪ੍ਰਚਾਰ ਜਾਵੇ, ਘਰ ਘਰ ਗੁਰਬਾਣੀ ਦੀ ਟੇਪ ਜਾਵੇ, ਜੀਵਨ ਦੀ ਟੇਪ ਦਾ ਰਿਕਾਰਡ ਜਾਵੇ, ਉਹ ਘਰ ਘਰ ਅੰਮ੍ਰਿਤ ਦੀ ਦਾਤ ਜਾਵੇ, ਘਰ ਘਰ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੇ ਉਪਦੇਸ਼, ਗੁਰਬਾਣੀ ਦਾ ਪ੍ਰੈਕਟੀਕਲ ਜਾਵੇ। ਇਹ ਘਰ ਘਰ ਉਹ ਚੀਜ਼ ਨਹੀਂ ਜਾਣੀ ਚਾਹੀਦੀ, ਘਰ ਘਰ ਆਹ ਚੀਜ਼ ਜਾਣੀ ਚਾਹੀਦੀ ਹੈ। ਬਾਕੀ ਆਪ ਹੀ ਸਮਝਦਾਰ ਬੈਠੇ ਹੋ। ਸਮੇਂ ਨੇ ਮੇਰਾ ਪੰਧ ਮੁਕਾ ਲਿਆ। ਗੁਰੂ ਦਾ, ਗੁਰੂ ਦੀਆਂ ਲਾਡਲੀਆਂ ਸੰਗਤਾਂ ਦਾ, ਰੱਬ ਵਰਗੀਆਂ ਸੰਗਤਾਂ ਦਾ, ਖਾਲਸਾ ਫੌਜ ਦਾ ਬਹੁਤ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪ੍ਰਬੰਧ ਦਾ ਧੰਨਵਾਦ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ, ਹੈੱਡ ਪ੍ਰਿਸਟ, ਹੈੱਡ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ, ਇਹਨਾਂ ਦਾ ਬਹੁਤ ਧੰਨਵਾਦ। ਆਪਣੇ ਬੱਚਿਆਂ ਤਰ੍ਹਾਂ ਪਿਆਰ ਕਰਦੇ ਇਹਨਾਂ ਦੇ ਬੱਚੇ ਆ। ਫਿਰ ਜਦੋਂ ਕਿਤੇ ਸਮਾਂ ਮਿਲਿਆ, ਜ਼ਿੰਦਗੀ ਰਹੀ, ਤਾਂ ਆਪ ਜੀ ਦੇ ਜੋੜੇ ਝਾੜਨ ਦੀ ਸੇਵਾ ਕਰਾਂਗੇ। ਭੁੱਲ ਚੁੱਕ ਦੀ ਮੁਆਫੀ। ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।
ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ